सत श्री अकाल जी। दा खालस टीवी देखने वाले देश दुनिया के साडे सारे दर्शकों का बहुत बहुत स्वागत है। पंजाब दीआं खास खबरां दे खास बुलेटिन दे नाल मैं हरशरण कौर। अज 20 जून है, दिन सोमवार है। खबरां दे इस खास बुलेटिन दे विच तुहानूं दसदे हां सारियां वड्डियां ताज़ा ते अहम खबरां। सब तो पहलां अग्निपथ योजना की गल कर लईए तो पूरे देश दे विच रोस मुजाहरे लगातार हो रहे हैं। इस दरमियान कल केंद्र सरकार ने स्पष्ट कर दिता है कि अग्निपथ योजना वापस नहीं लई जाएगी। तिन्ने फौजां दे मुखियां ने योजना तहत भर्ती प्रोग्राम का ऐलान कर दिता है अते जिहड़े नौजवान रोस मुजाहरे कर रहे ने, खास करके हिंसा ते अगजनी दे विच शामिल ने, उन्हां नूं फौज विच भर्ती होण दी इजाजत ही नहीं होवेगी। अगस्त, सितंबर ते अक्तूबर दे विच देश भर दे विच भर्ती रैलियां होणगियां। पंजाब समेत ਵੱਖ-ਵੱਖ सूबिਆਂ ਦੇ ਵਿੱਚ रोस मुजाहरे लगातार हो रहे ने। इस करके कई रेल गड्डियां रद्द कर दित्तियां गईयां ने। रोस मुजाहरिਆਂ कारण गुरु की नगरी अमृतसर तो भी कई रेल गड्डियां रद्द कीतियां गईयां। दूसरे दिन भी स्थानक लोग परेशान होंदे रहे क्योंकि 6 रेल गड्डियां चल ही नहीं सकियां। शनिचरवार नूं लुधियाना रेलवे स्टेशन ते तोड़ भन्न दी घटना वापरी सी, जिस तो बाद रेलवे पुलिस दे वल्लों पंजाब 'च सारे रेलवे स्टेशनां ते चौकसी वधाउण दे हुकम दित्ते सन। इस तहत अमृतसर विच भी रेलवे स्टेशन ते दूसरे दिन चौकसी वरती गई। ਜਿਹੜੀਆਂ रेल गड्डियां रद्द होईयां अमृतसर सैरसा, अमृतसर कटिहार, अमृतसर तो जयनगर, अमृतसर तो सियालदह अते अमृतसर तो हावड़ा मेल शामिल ने। ਤੇ ਇਸ ਵਿਰੋਧ ਪ੍ਰਦਰਸ਼ਨ ਦਾ ਪਰਛਾਵਾਂ ਪੰਜਾਬ ਤੇ ਆਰਥਿਕ ਤੌਰ ਤੇ ਵੀ ਪੈਣ ਲੱਗਿਆ ਹੈ। ਅਰਥਚਾਰਾ ਪ੍ਰਭਾਵਿਤ ਹੋਣ ਲੱਗਿਆ। ਰੇਲ ਮਾਰਗਾਂ ਤੇ ਹੋ ਰਹੇ ਪ੍ਰਦਰਸ਼ਨਾਂ ਕਰਕੇ ਪੰਜਾਬ 'ਚ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਡਰ ਬਣ ਗਿਆ। ਝੋਨੇ ਦੀ ਲੁਆਈ ਲਈ यूपी ਤੇ ਬਿਹਾਰ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰ ਵੀ ਰਾਹ ਵਿੱਚ ਹੀ ਫਸ ਕੇ ਰਹਿ ਗਏ ਨੇ ਤੇ ਪੰਜਾਬ ਦੇ ਵਿੱਚ ਜ਼ਾਹਿਰ ਤੌਰ ਤੇ ਜੇ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਊਗੀ ਤਾਂ ਬਿਜਲੀ ਵੀ ਠੱਪ ਹੋਊਗੀ। ਕੋਲਾ ਸਪਲਾਈ ਦੇ ਨਾਲ-ਨਾਲ ਅਨਾਜ ਦੀ ਢੋਆ ਢੁਆਈ ਵਿੱਚ ਵੀ ਰੁਕਾਵਟ ਪੈਦਾ ਹੋਣ ਦਾ ਖਦਸ਼ਾ ਬਣ ਗਿਆ। ਤੇ ਸ਼ਨੀਚਰਵਾਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੇ ਭੰਨ ਤੋੜ ਤੋਂ ਬਾਅਦ ਐਤਵਾਰ ਨੂੰ ਰੇਲਵੇ ADGP MF ਫਾਰੂਕੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਜਾਇਜ਼ਾ ਲੈਣ ਲਈ ਪਹੁੰਚੇ। ਉਹਨਾਂ ਨੇ ਪਲੇਟਫਾਰਮ ਦੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਹਦਾਇਤ ਦਿੱਤੀ। ਸੰਗਰੂਰ ਦੇ ਵਿੱਚ ਜ਼ਿਮਨੀ ਚੋਣਾਂ ਦਰਮਿਆਨ ਨੌਜਵਾਨਾਂ ਨੇ ਅਗਨੀਪਥ ਯੋਜਨਾ ਖਿਲਾਫ ਰੋਸ ਮਾਰਚ ਕੱਢਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ BJP ਦੇ ਚੋਣ ਦਫ਼ਤਰ ਤੋਂ ਪਹਿਲਾਂ ਹੀ ਰੋਕ ਦਿੱਤਾ। ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਇਹ ਨੌਜਵਾਨ BJP ਦੇ ਚੋਣ ਦਫ਼ਤਰ ਤੱਕ ਪਹੁੰਚਣਾ ਚਾਹੁੰਦੇ ਸੀ, ਪਰ ਪੁਲਿਸ ਨੇ ਦਫ਼ਤਰ ਤੋਂ ਕਰੀਬ 100 ਮੀਟਰ ਦੀ ਦੂਰੀ ਤੇ ਬੈਰੀਕੇਡ ਲਾ ਦਿੱਤੇ। ਦੇਸ਼ ਭਰ ਦੇ ਨੌਜਵਾਨ ਮੰਗ ਕਰ ਰਹੇ ਨੇ ਕਿ ਅਗਨੀਪਥ ਯੋਜਨਾ ਵਾਪਸ ਲਈ ਜਾਵੇ, ਨੌਜਵਾਨਾਂ ਦੀ ਫੌਜ ਦੇ ਵਿੱਚ ਪਹਿਲਾਂ ਵਾਂਗ ਹੀ ਭਰਤੀ ਕੀਤੀ ਜਾਵੇ। ਸੰਗਰੂਰ ਜ਼ਿਮਨੀ ਚੋਣ ਦੀ ਗੱਲ ਕਰ ਲਈਏ ਤਾਂ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਦੇ ਲਈ ਇਹ ਸੀਟ ਵਕਾਰ ਦਾ ਸਵਾਲ ਬਣੀ ਹੋਈ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਐਤਕੀ ਕਾਫੀ ਹਵਾ ਬਣੀ ਹੋਈ ਹੈ। ਸੰਗਰੂਰ ਦੇ ਵਿੱਚ ਮਾਨ ਵੀ ਆਪਣੀਆਂ ਰੈਲੀਆਂ ਵਿੱਚ ਆਏ ਵੱਡੇ ਇਕੱਠ ਨੂੰ ਦੇਖ ਕੇ ਬੜਕਾ ਮਾਰ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਤਾਂ ਇੱਥੇ ਲਗਾਤਾਰ 3 ਦਿਨਾਂ ਤੋਂ ਰੋਡ ਸ਼ੋਅ ਕਰ ਰਹੇ ਨੇ। ਇਸੇ ਤਰ੍ਹਾਂ ਦੂਸਰੀਆਂ ਪਾਰਟੀਆਂ ਵੀ ਕੋਈ ਕਸਰ ਨਹੀਂ ਰਹਿਣ ਦੇ ਰਹੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਜਾਂ ਫਿਰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, BJP ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਸਾਰੀ ਵੱਡੀ ਲੀਡਰਸ਼ਿਪ ਨੇ ਸੰਗਰੂਰ ਦੇ ਵਿੱਚ ਡੇਰੇ ਲਾ ਰੱਖੇ ਨੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਹ ਸੀਟ ਆਪਣੇ ਹੱਕ ਦੇ ਵਿੱਚ ਕਰਨ ਲਈ ਅੱਜ ਸੰਗਰੂਰ ਦੇ ਵਿੱਚ ਰੋਡ ਸ਼ੋਅ ਕੱਢਣਗੇ। ਤੇ ਅੱਜ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਸਰਕਾਰ ਸ਼ਹਿਰ ਵਿੱਚ ਚੱਲ ਰਹੇ ਕਰੀਬ ਅੱਧੀ ਦਰਜਨ ਤੋਂ ਵੱਧ ਬੇਰੁਜ਼ਗਾਰ ਜਥੇਬੰਦੀਆਂ ਦੇ ਪ੍ਰਦਰਸ਼ਨਕਾਰੀਆਂ ਨੂੰ ਮੰਗਾਂ ਦੇ ਹੱਲ ਦਾ ਭਰੋਸਾ ਦਿੰਦਿਆਂ ਸ਼ਾਂਤ ਕਰਨ ਵਿੱਚ ਸਫਲ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਬਾਹਰ 6 ਪੱਕੇ ਮੋਰਚੇ ਲੱਗੇ ਨੇ। ਇਹਨਾਂ ਵਿੱਚੋਂ 4 ਨੇ ਆਪਣੇ ਪੱਕੇ ਮੋਰਚੇ ਕੱਲ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ, ਜਦਕਿ 2 ਜਥੇਬੰਦੀਆਂ ਨੇ ਰੋਸ ਧਰਨੇ ਜਾਰੀ ਰੱਖਦਿਆਂ ਮੁੱਖ ਮੰਤਰੀ ਵੱਲੋਂ ਮੰਗਾਂ ਸੰਬੰਧੀ ਦਿੱਤੇ ਸਮੇਂ ਤੱਕ ਸ਼ਾਂਤ ਰਹਿਣ ਦੀ ਹਾਮੀ ਭਰੀ ਹੈ। ਸਿਵਲ ਹਸਪਤਾਲ ਦੀ ਟੈਂਕੀ ਤੇ ਚੜੀਆਂ 2 ਬੇਰੁਜ਼ਗਾਰ ਅਧਿਆਪਕਾਂ ਨੂੰ ਵੀ ਸਰਕਾਰ ਥੱਲੇ ਲਾਉਣ ਦੇ ਵਿੱਚ ਕਾਮਯਾਬ ਹੋ ਗਈ ਹੈ। ਦੋਵੇਂ ਬੇਰੁਜ਼ਗਾਰ PTI ਅਧਿਆਪਕਾਂ ਨੂੰ ਮੰਗਾਂ ਦੇ ਹੱਲ ਦਾ ਭਰੋਸਾ ਦੇ ਕੇ 6ਵੇਂ ਦਿਨ ਟੈਂਕੀ ਤੋਂ ਹੇਠਾਂ ਉਤਾਰਿਆ ਗਿਆ। ਇਹਨਾਂ ਦੋਵਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਥੱਲੇ ਤਾਰਨ ਦੇ ਲਈ ਖੁਦ ਵਿਧਾਇਕ ਨੀਨਾ ਮਿੱਤਲ ਟੈਂਕੀ ਤੇ ਚੜੇ। ਨੀਨਾ ਮਿੱਤਲ ਨੇ ਕਿਹਾ ਕਿ ਮੈਂ ਦੋਵੇਂ ਲੜਕੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਹੇਠਾਂ ਲੈ ਕੇ ਆਈ ਹਾਂ। ਦੋਵਾਂ ਦੀ ਸਿੱਖਿਆ ਮੰਤਰੀ ਮੀਤ ਹੇਰ ਨਾਲ ਗੱਲ ਕਰਵਾ ਦਿੱਤੀ ਹੈ ਅਤੇ ਜੁਲਾਈ ਮਹੀਨੇ ਦੇ ਵਿੱਚ ਮਸਲਾ ਹੱਲ ਹੋ ਜਾਊਗਾ। ਵਿਰੋਧੀ ਧਿਰਾਂ ਦੇ ਵਿੱਚੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿ ਰਹੇ ਨੇ ਕਿ ਲੋਕਾਂ ਨੇ ਭਗਵੰਤ ਮਾਨ ਤੋਂ ਪੰਜਾਬ ਦੇ ਭਲੇ ਦੀ ਆਸ ਛੱਡ ਦਿੱਤੀ ਹੈ। ਸੁਖਬੀਰ ਬਾਦਲ ਕਹਿ ਰਹੇ ਨੇ ਕਿ ਜ਼ਿਮਨੀ ਚੋਣ ਤੋਂ ਬਾਅਦ ਦੇਖ ਲਿਓ ਕੱਟ ਹੀ ਕੱਟ ਲੱਗਣਗੇ ਬਿਜਲੀ ਦੇ। ਹੁਣ ਦੇਖਦੇ ਹਾਂ ਕਿ ਜ਼ਿਮਨੀ ਚੋਣ ਦੇ ਵਿੱਚ ਬਾਜ਼ੀ ਕੌਣ ਮਾਰਦਾ ਹੈ। 23 ਨੂੰ ਵੋਟਾਂ ਪੈਣਗੀਆਂ, 27 ਨੂੰ ਨਤੀਜਾ ਆ ਜਾਣਾ।
ਸਿੱਧੂ ਮੂਸੇਵਾਲਾ ਕਤਲकांड ਦੀ ਗੱਲ ਕਰ ਲਈਏ ਤਾਂ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਰਿਮਾਂਡ ਦਾ ਅੱਜ 6ਵਾਂ ਦਿਨ ਹੈ। 7 ਦਿਨਾਂ ਦਾ ਪੁਲਿਸ ਰਿਮਾਂਡ ਪੰਜਾਬ ਪੁਲਿਸ ਨੂੰ ਮਿਲਿਆ ਹੋਇਆ ਹੈ। ਕੱਲ ਨੂੰ ਉਹਦੇ ਰਿਮਾਂਡ ਦਾ ਆਖਰੀ ਦਿਨ ਰਹੂਗਾ ਤੇ ਅੱਜ 6ਵਾਂ ਦਿਨ ਹੈ। ਐਤਵਾਰ ਦੀ ਪੁੱਛ ਪੜਤਾਲ ਦੇ ਵਿੱਚ ਵੀ ਕਹਿੰਦੇ ਲਾਰੈਂਸ ਬਿਸ਼ਨੋਈ ਨੇ ਕਈ ਖੁਲਾਸੇ ਕੀਤੇ ਨੇ। ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਟਿਕਾਣਿਆਂ ਬਾਰੇ ਦੱਸਿਆ ਹੈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਵੀ ਜਾਂਚ ਦੇ ਵਿੱਚ ਜੁਟ ਗਈ ਹੈ। ਗੋਲਡੀ ਤੇ ਬਿਸ਼ਨੋਈ ਦੋਵੇਂ ਜਣੇ ਆਪਸ ਦੇ ਵਿੱਚ ਸਿਗਨਲ ਐਪ ਰਾਹੀਂ ਗੱਲਬਾਤ ਕਰਦੇ ਸੀ। ਲਾਰੈਂਸ ਨੇ ਕਹਿੰਦੇ ਪੁਲਿਸ ਨੂੰ ਇਹ ਵੀ ਦੱਸ ਦਿੱਤਾ ਹੈ ਕਿ ਗੋਲਡੀ ਬਰਾੜ ਕਿਹੜੇ-ਕਿਹੜੇ ਲੋਕਾਂ ਦੇ ਸੰਪਰਕ ਦੇ ਵਿੱਚ ਹੈ। ਤੇ ਪਰਸੋਂ ਜਿਹੜਾ ਮਾਨਸਾ ਪੁਲਿਸ ਨੇ ਰੱਲੀ ਪਿੰਡ ਦਾ ਮਨਮੋਹਨ ਸਿੰਘ ਮੋਹਣਾ ਗ੍ਰਿਫਤਾਰ ਕੀਤਾ ਹੈ, ਉਹ ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਹੈ। ਮੋਹਣੇ ਨੂੰ ਵੀ ਕੱਲ ਪੁੱਛ ਪੜਤਾਲ ਦੇ ਲਈ ਜ਼ਿਲ੍ਹਾ CIA ਸਟਾਫ ਮੋਹਾਲੀ ਦੇ ਕੈਂਪਸ ਦਫ਼ਤਰ ਖਰੜ ਵਿੱਚ ਲਿਆਂਦਾ ਗਿਆ, ਜਿੱਥੇ ਲਾਰੈਂਸ ਅਤੇ ਮੋਹਣੇ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਗਈ। ਮੋਹਣਾ ਦੇ ਉੱਤੇ ਲਾਰੈਂਸ ਦੇ ਕਹਿਣ ਤੇ ਮੂਸੇਵਾਲੇ ਦੀ ਰੇਕੀ ਕਰਵਾਉਣ ਤੇ ਸ਼ੂਟਰਾਂ ਨੂੰ ਪਨਾਹ ਦੇਣ ਦਾ ਦੋਸ਼ ਲੱਗਿਆ। ਮੋਹਣਾ ਪਹਿਲਾਂ ਹੀ ਮਾਨਸਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਾ ਕਤਲ ਕਰਵਾਉਣ ਬਾਅਦ ਖੁਦ ਪ੍ਰਧਾਨ ਬਣਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਹਦੇ ਖਿਲਾਫ 302 ਤੇ 307 ਸਮੇਤ ਹੋਰ ਧਾਰਾਵਾਂ ਤਹਿਤ ਕਈ ਪਰਚੇ ਦਰਜ ਨੇ। ਹਾਲਾਂਕਿ ਮੋਹਣਾ ਕਾਫੀ ਸਮੇਂ ਤੋਂ ਆਪਣਾ ਵੱਖਰਾ ਗਰੁੱਪ ਵੀ ਚਲਾ ਰਿਹਾ ਸੀ, ਪਰ ਬਾਅਦ ਵਿੱਚ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਿਆ। ਪੁੱਛ ਪੜਤਾਲ ਦੇ ਵਿੱਚ ਇਹ ਗੱਲ ਵੀ ਸਾਹਮਣੇ ਆ ਚੁੱਕੀ ਹੈ ਕਿ ਜਨਵਰੀ ਮਹੀਨੇ ਦੇ ਵਿੱਚ 4 ਸ਼ੂਟਰਾਂ ਨੇ ਮੋਹਣੇ ਦੇ ਘਰ ਪਨਾਹ ਲਈ ਸੀ। ਉਦੋਂ ਤੋਂ ਹੀ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਗੈਂਗਸਟਰਾਂ ਨੇ ਮੋਹਣਾ ਅਤੇ ਕੇਕੜਾ ਦੀ ਚੋਣ ਇਸ ਕਰਕੇ ਕੀਤੀ ਸੀ ਕਿਉਂਕਿ ਦੋਵੇਂ ਇਲਾਕੇ ਦੇ ਚੰਗੇ ਭੇਤੀ ਸਨ। ਉਧਰ ਕੇਕੜੇ ਦੀ ਜੇਲ੍ਹ ਦੇ ਵਿੱਚ ਕੁੱਟਮਾਰ ਹੋਈ ਹੈ, ਜਿਸ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਮਾਮਲੇ ਨਾਲ ਸੰਬੰਧਿਤ ਜਿੰਨੇ ਵੀ ਸ਼ੱਕੀ ਵਿਅਕਤੀ ਜੇਲ੍ਹ ਭੇਜੇ ਗਏ ਨੇ, ਉਹਨਾਂ ਦੀ ਸੁਰੱਖਿਆ ਜੇਲ੍ਹਾਂ ਦੇ ਅੰਦਰ ਵਧਾ ਦਿੱਤੀ ਗਈ ਹੈ। ਤੇ ਇਹ ਵੀ ਗੱਲ ਸਾਹਮਣੇ ਆਉਣ ਲੱਗੀ ਹੈ ਕਿ ਸਿੱਧੂ ਮੂਸੇਵਾਲੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਸੀ। ਅੱਜ ਬਿਸ਼ਨੋਈ ਦੇ ਰਿਮਾਂਡ ਦਾ 6ਵਾਂ ਦਿਨ ਹੈ। ਦੇਖੋ ਅੱਜ ਪੁਲਿਸ ਕਿਸ ਨਤੀਜੇ ਤੱਕ ਪਹੁੰਚਦੀ ਹੈ। ਅੰਮ੍ਰਿਤਸਰ ਦੇ ਵਿੱਚ ਸਥਿਤ ਇਤਿਹਾਸਿਕ ਧਰੋਹਰ ਜਲਿਆਂਵਾਲਾ ਬਾਗ ਦੇ ਨਾਲ ਜੁੜੀ ਹੋਈ ਖਬਰ ਹੈ। ਜਲੰਧਰ ਦੇ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ ਟਰਸਟ ਦੀ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਜਲਿਆਂਵਾਲਾ ਬਾਗ ਦੇ ਪ੍ਰਵੇਸ਼ ਦੁਆਰ ਦੇ ਨੇੜੇ ਦਾਖਲੇ ਫੀਸ ਲਈ ਬਣਾਇਆ ਢਾਂਚਾ ਤੇ ਰੱਖੀਆਂ ਮਸ਼ੀਨਾਂ ਤੁਰੰਤ ਹਟਾਈਆਂ ਜਾਣ। ਪੰਜਾਬ ਵਿਧਾਨ ਸਭਾ ਦੇ 24 ਜੂਨ ਤੋਂ ਸ਼ੁਰੂ ਹੋ ਰਹੇ ਇਜਲਾਸ ਦੇ ਵਿੱਚ ਵਿਸ਼ੇਸ਼ ਮਤਾ ਪਾਸ ਕਰਕੇ ਐਲਾਨ ਕੀਤਾ ਜਾਵੇ ਕਿ ਜਲਿਆਂਵਾਲਾ ਬਾਗ ਨੂੰ ਵੇਖਣ ਵਾਲਿਆਂ ਦੇ ਲਈ ਕੋਈ ਦਾਖਲਾ ਫੀਸ ਨਹੀਂ ਲਾਈ ਜਾਏਗੀ। ਇਹਦੇ ਨਾਲ ਹੀ ਬਾਗ ਦਾ ਮੂਲ ਸਰੂਪ ਵੀ ਬਹਾਲ ਕੀਤਾ ਜਾਵੇ। ਕਮੇਟੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸੰਬੰਧੀ ਚਿੱਠੀ ਲਿਖੀ ਜਾ ਰਹੀ ਹੈ। ਇਹ ਵੀ ਫੈਸਲਾ ਲਿਆ ਗਿਆ ਕਿ ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਜਲਿਆਂਵਾਲੇ ਬਾਗ ਦੇ ਮੁੱਖ ਗੇਟ ਦੇ ਮੂਹਰੇ ਰੋਸ ਪ੍ਰਗਟਾਵਾ ਕੀਤਾ ਜਾਊਗਾ। ਇਸ ਮੀਟਿੰਗ ਦੇ ਵਿੱਚ ਇਹ ਵੀ ਫਾਈਨਲ ਹੋਇਆ ਹੈ ਕਿ ਗਦਰੀ ਬਾਬਿਆਂ ਦਾ ਮੇਲਾ ਐਤਕੀ 30-31 ਅਕਤੂਬਰ ਤੇ 1 ਨਵੰਬਰ 3 ਦਿਨਾਂ ਨੂੰ ਲੱਗੇਗਾ। ਹਾਲਾਂਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਜਿਹੜੇ ਕਿ ਇਸ ਟਰਸਟ ਦੇ ਵੀ ਮੈਂਬਰ ਨੇ ਜਲਿਆਂਵਾਲਾ ਬਾਗ ਟਰਸਟ ਦੇ, ਉਹਨਾਂ ਨੇ ਇਹ ਭਰੋਸਾ ਦਿਵਾਇਆ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੋਈ ਹੈ ਕਿ ਜਲਿਆਂਵਾਲਾ ਬਾਗ ਦੇਖਣ ਆਏ ਸੈਲਾਨੀਆਂ ਨੂੰ ਟਿਕਟ ਦੇਣੀ ਪਊਗੀ। ਇਸ ਬਾਰੇ ਕੋਈ ਫੈਸਲਾ ਨਹੀਂ ਹੋਇਆ ਹੈ। ਪੰਜਾਬ ਦੇ ਵਿੱਚ ਵਿਜੀਲੈਂਸ ਦੇ ਵੱਲੋਂ 2 ਸਾਬਕਾ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੁਣ ਰੇਤ ਮਾਫੀਆ ਨੂੰ ਨੱਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਉੱਤੇ ਵਿਜੀਲੈਂਸ ਦੀ ਪੂਰੀ ਅੱਖ ਟਿਕੀ ਹੋਈ ਹੈ। ਵਿਜੀਲੈਂਸ ਹੁਣ ਚਮਕੌਰ ਸਾਹਿਬ ਹਲਕੇ ਦੇ ਰੇਤ ਮਾਫੀਆ ਨੂੰ ਨੱਪਣ ਦੇ ਪੂਰੇ ਰੌਂ ਦੇ ਵਿੱਚ ਹੈ, ਜਿਸ ਦੀ ਪੈੜ ਇੱਕ ਵੱਡੇ ਸਿਆਸੀ ਘਰ ਤੱਕ ਜਾਂਦੀ ਹੈ। ਨਾਮ ਨਹੀਂ ਹਲੇ ਲੈ ਸਕਦੇ, ਪਰ ਅੰਦਾਜ਼ਾ ਤੁਸੀਂ ਸਮਝ ਸਕਦੇ ਹੋ। ਵਿਜੀਲੈਂਸ ਦੀ ਟੀਮ ਨੇ ਲੰਘੇ 3 ਦਿਨਾਂ ਤੱਕ ਜਿੰਦਾਪੁਰ ਖਿੱਤੇ ਵਿੱਚ ਗੈਰ ਕਾਨੂੰਨੀ ਖਨਨ ਦੀ ਜਾਂਚ ਕੀਤੀ। ਤਕਨੀਕੀ ਟੀਮ ਵੱਲੋਂ ਜੋ ਵਿਜੀਲੈਂਸ ਦੇ ਉੱਚ ਅਫਸਰਾਂ ਕੋਲ ਖੁਲਾਸੇ ਕੀਤੇ ਗਏ ਨੇ, ਉਹ ਹੈਰਾਨ ਕਰਨ ਵਾਲੇ ਨੇ। ਗੱਲ ਦੀ ਪੁਸ਼ਟੀ ਹੋਈ ਹੈ ਕਿ ਰੇਤ ਮਾਫੀਆ ਨੇ ਚਮਕੌਰ ਸਾਹਿਬ ਹਲਕੇ ਵਿੱਚ ਨਾ ਸਿਰਫ ਜੰਗਲਾਤ ਦੀ ਜ਼ਮੀਨ ਨੂੰ ਖੋਰਾ ਲਾਇਆ, ਬਲਕਿ ਸਤਲੁਜ ਦਰਿਆ ਦੇ ਵਗਦੇ ਪਾਣੀ 'ਚੋਂ ਵੀ ਰੇਤਾ ਕੱਢਿਆ। ਇਹ ਵੀ ਤੁਹਾਨੂੰ ਯਾਦ ਕਰਵਾ ਦਿੰਦੇ ਹਾਂ ਕਿ ਵਿਜੀਲੈਂਸ ਬਿਊਰੋ ਨੇ ਜਿਹੜੀ FIR ਨੰਬਰ 7 ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਤੇ ਦਰਜ ਕੀਤੀ ਹੈ, ਉਹਦੇ ਵਿੱਚ ਪਿੰਡ ਜਿੰਦਾਪੁਰ ਦੇ ਆਸ-ਪਾਸ ਗੈਰ ਕਾਨੂੰਨੀ ਖਨਨ ਤੇ ਇਸ ਚੋਂ 40 ਤੋਂ 50 ਕਰੋੜ ਰੁਪਏ ਕਮਾਏ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਤੇ ਹੁਣ ਪਿਛਲੇ 3 ਦਿਨਾਂ ਦੇ ਵਿੱਚ ਤਕਨੀਕੀ ਟੀਮ ਨੇ ਜੋ ਜਾਂਚ ਕੀਤੀ ਹੈ, ਜੋ ਵੇਰਵੇ ਉੱਚ ਅਫਸਰਾਂ ਦੇ ਨਾਲ ਸਾਂਝੇ ਕੀਤੇ ਨੇ, ਉਹਨਾਂ ਮੁਤਾਬਿਕ ਜਿੰਦਾਪੁਰ ਖਿੱਤੇ ਵਿੱਚ ਜੰਗਲਾਤ ਮਹਿਕਮੇ ਦੀ 486 ਏਕੜ ਸੁਰੱਖਿਅਤ ਜ਼ਮੀਨ ਹੈ, ਜਿਹਦੇ ਨਾਲ ਛੇੜਛਾੜ ਨਹੀਂ ਹੋ ਸਕਦੀ। ਇਸ ਜ਼ਮੀਨ ਵਿੱਚੋਂ ਹੀ ਸਤਲੁਜ ਦਰਿਆ ਵਹਿੰਦਾ ਹੈ, ਪਰ ਤਕਨੀਕੀ ਜਾਂਚ ਵਿੱਚ ਸਾਹਮਣੇ ਆਇਆ ਕਿ ਜੰਗਲਾਤੀ ਜ਼ਮੀਨ ਤੋਂ ਇਲਾਵਾ ਦਰਿਆ 'ਚੋਂ ਵੀ ਰੇਤਾ ਕੱਢਿਆ ਗਿਆ ਹੈ। ਜਦੋਂ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਹੁੰਦੇ ਸੀ ਤਾਂ ਇੱਥੇ ਮਾਈਨਿੰਗ ਹੁੰਦੀ ਸੀ। ਵਿਜੀਲੈਂਸ ਨੇ ਚਮਕੌਰ ਸਾਹਿਬ ਹਲਕੇ ਦੇ ਰਾਜਾ ਸਿੰਘ ਤੇ ਇਕਬਾਲ ਸਿੰਘ ਤੇ ਉਂਗਲ ਚੱਕੀ ਹੈ, ਜਿਨ੍ਹਾਂ ਨੂੰ ਤਤਕਾਲੀ ਮੁੱਖ ਮੰਤਰੀ ਚੰਨੀ ਦੇ ਨੇੜਲੇ ਦੱਸਿਆ ਜਾ ਰਿਹਾ ਹੈ। ਤੇ ਜਦੋਂ ਚੰਨੀ ਦੀ ਸਰਕਾਰ ਹੁੰਦੀ ਸੀ ਤਾਂ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਡਾ ਨੇ ਲਾਈਵ ਹੋ ਕੇ ਇਸ ਖਿੱਤੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਵੀ ਦਿਖਾਈ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਖੁਦ ਇਹ ਗੱਲ
ਕਬੂਲ ਕਰਦੇ ਨੇ ਕਿ ਉਹਨਾਂ ਕੋਲ ਰੇਤ ਮਾਫੀਆ ਵਿੱਚ ਸ਼ਾਮਿਲ ਉਦੋਂ ਦੇ ਵਿਧਾਇਕਾਂ ਤੇ ਵਜ਼ੀਰਾਂ ਦੀ ਸੂਚੀ ਹੈ। ਇਹ ਸੂਚੀ ਉਹਨਾਂ ਨੇ ਸੋਨੀਆ ਗਾਂਧੀ ਨਾਲ ਸਾਂਝੀ ਵੀ ਕੀਤੀ ਸੀ। ਪਿਛਲੇ ਦਿਨਾਂ ਦੇ ਵਿੱਚ ਚਰਚਾ ਚੱਲੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਹ ਫਾਈਲਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਸਾਂਝੀਆਂ ਕਰਨਗੇ, ਪਰ ਹਾਲੇ ਤੱਕ ਤਾਂ ਨਹੀਂ ਕੀਤੀਆਂ। ਆਮ ਆਦਮੀ ਪਾਰਟੀ ਨੇ ਵੀ ਸਰਕਾਰ ਬਣਨ ਤੋਂ ਪਹਿਲਾਂ ਇਹ ਦਾਅਵੇ ਕੀਤੇ ਸੀ ਕਿ ਰੇਤੇ ਦਾ ਭਾਅ ਘਟ ਜਾਊਗਾ। ਆਉਣ ਤੋਂ ਬਾਅਦ ਵੀ ਐਲਾਨ ਕੀਤਾ ਸੀ, ਪਰ ਹਾਲੇ ਵੀ ਪੰਜਾਬ 'ਚ ਰੇਤੇ ਦੇ ਪਰਚੂਨ ਦੇ ਭਾਅ ਘਟੇ ਨਹੀਂ। ਪੰਜਾਬ 'ਚ 196 ਖੱਡਾਂ ਦੀ ਨਿਲਾਮੀ ਕੈਪਟਨ ਸਰਕਾਰ ਨੇ 2019 ਵਿੱਚ 319 ਕਰੋੜ ਦੇ ਵਿੱਚ 3 ਸਾਲਾਂ ਲਈ ਕੀਤੀ ਸੀ। ਇਨ੍ਹਾਂ ਖੱਡਾਂ ਵਿੱਚੋਂ 90 ਤਾਂ ਹਾਲੇ ਵੀ ਆਪਰੇਸ਼ਨਲ ਨਹੀਂ ਹਨ। ਇਸੇ ਤਰ੍ਹਾਂ ਪਠਾਨਕੋਟ ਦੇ ਭੋਆ ਤੋਂ ਪਿਛਲੇ ਦਿਨੀ ਗ੍ਰਿਫਤਾਰ ਕੀਤੇ ਗਏ ਕਾਂਗਰਸ ਦੇ ਸਾਬਕਾ ਵਿਧਾਇਕ, ਜਿਨ੍ਹਾਂ ਨੂੰ ਨਾਜਾਇਜ਼ ਮਾਈਨਿੰਗ ਦੇ ਦੋਸ਼ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਹੈ, ਉਹ ਹੁਣ ਸਿਹਤ ਖਰਾਬ ਹੋਣ ਦਾ ਹਵਾਲਾ ਦੇ ਕੇ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਨੇ। ਉਹਨਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਅੰਮ੍ਰਿਤਸਰ ਤੋਂ ਸਿੱਧਾ ਪਠਾਨਕੋਟ ਵਿੱਚ ਅਦਾਲਤ ਵਿੱਚ ਹੀ ਪੇਸ਼ੀ ਲਈ ਲਿਆਂਦਾ ਜਾਵੇਗਾ। ਹਸਪਤਾਲ ਵਿੱਚ ਹੋਣ ਕਰਕੇ 2 ਦਿਨਾਂ ਦੇ ਪੁਲਿਸ ਰਿਮਾਂਡ ਦੇ ਵਿੱਚ ਪੁਲਿਸ ਕੋਈ ਪੁੱਛਗਿੱਛ ਵੀ ਨਹੀਂ ਕਰ ਸਕੀ ਤੇ ਹੁਣ ਪੁਲਿਸ ਦੇ ਵੱਲੋਂ ਮੁੜ ਜੋਗਿੰਦਰਪਾਲ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਮੰਗਿਆ ਜਾਊਗਾ। ਪਿਛਲੇ ਦਿਨੀ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਭ੍ਰਿਸ਼ਟਾਚਾਰ ਨਾਲ ਜੁੜੀਆਂ ਗੱਲਾਂ ਹੁਣ ਪਰਤ ਦਰ ਪਰਤ ਕਰਕੇ ਖੁੱਲ ਰਹੀਆਂ ਨੇ। ਮੁਕੇਰੀਆਂ ਦੇ ਵਿੱਚ ਕੰਢੀ ਇਲਾਕੇ ਦੇ ਲੋਕਾਂ ਮੁਤਾਬਿਕ ਕਾਂਗਰਸ ਦੇ ਰਾਜ ਵੇਲੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਦੀ ਸ਼ਹਿ ਤੇ ਇਲਾਕੇ ਦੇ ਪਿੰਡ ਭੱਲੋਵਾਲ, ਅਮਰੋਹ ਤੇ ਬਹਿਮਾਵਾ ਦੇ ਵਿੱਚ ਆਰੇ ਦੇ ਲਾਇਸੈਂਸ ਵਾਲੀਆਂ 3 ਕੱਥਾ ਫੈਕਟਰੀਆਂ ਬਿਨਾਂ ਰੋਕ-ਟੋਕ ਤੋਂ ਰੁੱਖਾਂ ਦੀ ਕਟਾਈ ਕਰਦੀਆਂ ਰਹੀਆਂ। ਉੱਥੋਂ ਸਥਾਨਕ ਲੋਕਾਂ ਨੇ ਇਲਾਕੇ ਵਿੱਚ ਜੰਗਲੀ ਰੁੱਖਾਂ ਦੀ ਹੁੰਦੀ ਕਟਾਈ ਖਿਲਾਫ ਕਈ ਵਾਰੀ ਸ਼ਿਕਾਇਤ ਕੀਤੀ ਸੀ, ਪਰ ਡੈਮੇਜ ਰਿਪੋਰਟ ਦੇ ਵਿੱਚ ਸਿਰਫ ਕੁਝ ਕੁ ਸੈਂਕੜੇ ਰੁੱਖ ਕੱਟੇ ਹੋਣ ਦੀ ਗੱਲ ਆਖ ਦਿੱਤੀ ਜਾਂਦੀ ਸੀ। ਰੋਜ਼ਾਨਾ ਸ਼ਾਮ ਨੂੰ ਵੱਡੀ ਗਿਣਤੀ ਖੈਰ ਦੀ ਲੱਕੜ ਇਹਨਾਂ ਕੱਥਾ ਫੈਕਟਰੀਆਂ ਵਿੱਚ ਪਹੁੰਚਦੀ ਸੀ, ਪਰ ਕਾਗਜ਼ਾਂ ਦੇ ਵਿੱਚ ਇਸ ਦਾ ਜ਼ਿੰਮਾ ਹਿਮਾਚਲ ਪ੍ਰਦੇਸ਼ ਦੇ ਇੱਕ ਬਦਨਾਮ ਗਰੋਹ ਦੇ ਸਿਰ ਪਾ ਦਿੱਤਾ ਜਾਂਦਾ ਰਿਹਾ। ਹੁਣ ਕੰਢੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਿਛਲੇ 5 ਸਾਲਾਂ ਵਿੱਚ ਹੋਈ ਖੈਰ ਦੀ ਕਟਾਈ ਅਤੇ ਆਰੇ ਦੇ ਲਾਇਸੈਂਸ ਤੇ ਚੱਲਦੀਆਂ ਰਹੀਆਂ ਇਹਨਾਂ ਕੱਥਾ ਫੈਕਟਰੀਆਂ ਸਣੇ ਤਤਕਾਲੀ ਅਧਿਕਾਰੀਆਂ ਦੀ ਭੂਮਿਕਾ ਬਾਰੇ ਜਾਂਚ ਕਰਾਉਣ ਦੀ ਮੰਗ ਕੀਤੀ ਹੈ। 2018 ਦੇ ਵਿੱਚ ਵੀ ਇਹਨਾਂ ਫੈਕਟਰੀਆਂ ਦੇ ਖਿਲਾਫ ਇਲਾਕੇ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ, ਪਰ ਸੰਬੰਧਿਤ ਮਹਿਕਮੇ ਨੇ ਇਹਨਾਂ ਸ਼ਿਕਾਇਤਾਂ ਨੂੰ ਲਗਾਤਾਰ ਅਣਗੌਲਿਆਂ ਕਰਕੇ ਰੱਖਿਆ। ਉਧਰ ਹਲਕਾ ਦਸੂਆ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਆਰੇ ਦੇ ਲਾਇਸੈਂਸ ਤੇ ਚੱਲਦੀਆਂ 3 ਕੱਥਾ ਫੈਕਟਰੀਆਂ ਬੰਦ ਕਰਵਾ ਦਿੱਤੀਆਂ ਗਈਆਂ ਨੇ। ਇਹਨਾਂ ਨੂੰ ਸਥਾਪਿਤ ਕਰਨ ਤੇ ਚਲਾਉਣ ਸੰਬੰਧੀ ਜਾਂਚ ਵੀ ਕਰਵਾਈ ਜਾ ਰਹੀ ਹੈ। ਸੋ ਜਾਂਚ ਦੇ ਵਿੱਚ ਜੇ ਕੁਝ ਸਾਹਮਣੇ ਆਊਗਾ, ਕੋਈ ਵੀ ਸਾਬਕਾ ਮੰਤਰੀ ਵਿਧਾਇਕ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਕੰਪਲੈਕਸ ਦੇ ਵਿੱਚ ਰਾਮ ਅੱਖਰ ਛਾਪੇ ਵਾਲੀਆਂ ਇੱਟਾਂ ਲੱਗੀਆਂ ਹੋਣ ਦਾ ਵਿਵਾਦ ਭਖਦਾ ਨਜ਼ਰ ਆ ਰਿਹਾ ਹੈ। ਇਸ ਦਰਮਿਆਨ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੰਪਲੈਕਸ ਦੇ ਵਿੱਚ ਕਾਰ ਸੇਵਾ ਦੌਰਾਨ ਇੱਕ ਠੇਕੇਦਾਰ ਤੋਂ ਕੁਝ ਇੱਟਾਂ ਮੰਗਵਾਈਆਂ ਗਈਆਂ ਸੀ, ਜਿਨ੍ਹਾਂ ਤੇ ਰਾਮ ਉਕਰਿਆ ਹੋਇਆ ਸੀ। ਜਦੋਂ ਮਾਮਲਾ ਪ੍ਰਬੰਧਕਾਂ ਦੇ ਧਿਆਨ ਵਿੱਚ ਆਇਆ ਤਾਂ ਇੱਟਾਂ ਠੇਕੇਦਾਰ ਨੂੰ ਵਾਪਸ ਕਰ ਦਿੱਤੀਆਂ ਗਈਆਂ ਸੀ। ਉਹਨਾਂ ਕਿਹਾ ਕਿ ਸਿੱਖ ਸਦਭਾਵਨਾ ਦਲ ਨਾਮ ਦੀ ਜਥੇਬੰਦੀ ਵੱਲੋਂ ਸੰਗਤ ਵਿੱਚ ਲਗਾਤਾਰ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਮੇਟੀ ਅਜਿਹਾ ਕੋਈ ਕਾਰਜ ਨਹੀਂ ਕਰਦੀ ਜਿਸ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ। ਦਰਅਸਲ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ, ਜਿਹੜੇ ਕਿ ਰਾਗੀ ਵੀ ਨੇ, ਉਹਨਾਂ ਨੇ ਇਹ ਮਸਲਾ ਚੱਕਿਆ ਹੈ ਅਤੇ ਕਮੇਟੀ ਦੇ ਇਸ ਬਿਆਨ ਤੋਂ ਬਾਅਦ ਵੀ ਜਥੇਬੰਦੀ ਨੇ ਕਿਹਾ ਹੈ ਕਿ ਸਾਡੀ ਕੋਈ ਸੰਤੁਸ਼ਟੀ ਨਹੀਂ ਹੋਈ। ਹਰਿਆਣਾ ਦੇ ਵਿੱਚ ਕੱਲ ਨਗਰ ਕੌਂਸਲਾਂ ਤੇ ਪੰਚਾਇਤਾਂ ਦੇ ਲਈ VOTING ਹੋਈ ਹੈ। 70% ਤੋਂ ਵੱਧ VOTING ਦਰਜ ਕੀਤੀ ਗਈ ਹੈ। ਮਾਮੂਲੀ ਝੜਪਾਂ ਨੂੰ ਛੱਡ ਕੇ ਸ਼ਾਂਤਮਈ ਤਰੀਕੇ ਦੇ ਨਾਲ ਚੋਣ ਅਮਲ ਨੇਪਰੇ ਚੜਿਆ ਹੈ ਤੇ 22 ਜੂਨ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ। ਅਸਾਮ ਦੇ ਵਿੱਚ ਹੜ੍ਹਾਂ ਦੇ ਕਾਰਨ ਲਗਾਤਾਰ ਹਾਲਾਤ ਮੰਦੇ ਹੁੰਦੇ ਜਾ ਰਹੇ ਨੇ। ਹੜ੍ਹਾਂ ਕਾਰਨ ਇੱਥੇ ਹੁਣ ਤੱਕ 8 ਮੌਤਾਂ ਹੋ ਚੁੱਕੀਆਂ ਨੇ। ਗੁਜਰਾਤ ਵਿੱਚ ਵੀ ਅਸਮਾਨੀ ਬਿਜਲੀ ਡਿੱਗਣ ਕਾਰਨ 2 ਜਣਿਆਂ ਦੀ ਮੌਤ ਹੋਈ ਹੈ। ਅਸਾਮ ਦੇ ਵਿੱਚ ਜਿੱਥੇ 8 ਜਣਿਆਂ ਦੀ ਮੌਤ ਹੋਈ ਹੈ, ਉੱਥੇ ਹੀ 30 ਜ਼ਿਲ੍ਹਿਆਂ ਦੇ 37 ਲੱਖ ਲੋਕ ਪ੍ਰਭਾਵਿਤ ਹੋ ਗਏ ਨੇ। ਹਜ਼ਾਰਾਂ ਲੋਕ ਬੇਘਰ ਹੋ ਗਏ ਨੇ। ਹੁਣ ਤੱਕ ਹੜ੍ਹਾਂ ਤੇ ਢਿੱਗਾਂ ਡਿੱਗਣ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 70 ਹੋ ਗਈ ਹੈ। ਇਸੇ ਤਰ੍ਹਾਂ ਮੁਲਕ ਤੋਂ ਬਾਹਰ ਦੀ ਜੇ ਗੱਲ ਕਰ ਲਈਏ ਤਾਂ ਬੰਗਲਾਦੇਸ਼ ਦੇ ਵਿੱਚ ਵੀ ਹੜ੍ਹਾਂ ਨੇ ਤਬਾਹੀ ਮਚਾ ਰੱਖੀ ਹੈ। ਲਗਭਗ ਅੱਧੇ ਬੰਗਲਾਦੇਸ਼ ਦੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਤਬਾਹੀ ਵਾਲੇ ਹੜ੍ਹ ਆਏ ਹੋਏ ਨੇ। ਉੱਥੇ ਵੀ ਲੱਖਾਂ ਲੋਕ ਬੇਘਰ ਹੋਏ ਪਏ ਨੇ। ਪੈਗੰਬਰ ਮੁਹੰਮਦ ਸਾਹਿਬ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਤੋਂ ਬਾਅਦ ਜਦੋਂ ਰੋਸ ਮੁਜ਼ਾਹਰੇ ਹੋਏ ਤਾਂ ਜੰਮੂ ਕਸ਼ਮੀਰ ਦੇ ਭਦਰਵਾਹ ਸ਼ਹਿਰ ਦੇ ਵਿੱਚ 10 ਦਿਨਾਂ ਤੋਂ ਲਗਾਤਾਰ ਇੰਟਰਨੈਟ ਸੇਵਾ ਬੰਦ ਕੀਤੀ ਹੋਈ ਸੀ, ਜਿਸ ਨੂੰ ਐਤਵਾਰ ਨੂੰ ਬਹਾਲ ਕੀਤਾ ਗਿਆ ਹੈ। ਭਦਰਵਾਹ ਦੇ ਵਿੱਚ ਕਰਫਿਊ ਵੀ ਲਾਇਆ ਹੋਇਆ। ਕੱਲ ਲਗਾਤਾਰ ਦੂਸਰੇ ਦਿਨ ਸਵੇਰੇ 7 ਤੋਂ 12 ਤੱਕ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ। ਭਦਰਵਾਹ ਦੇ ਵਿੱਚ 9 ਜੂਨ ਤੋਂ ਕਰਫਿਊ ਲਾ ਦਿੱਤਾ ਗਿਆ ਸੀ। ਅਸਾਉਦੀਨ ਓਵੈਸੀ ਲਗਾਤਾਰ ਨੂਪੁਰ ਸ਼ਰਮਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਨੇ, ਪਰ ਹਾਲੇ ਤੱਕ ਮੁੰਬਈ ਪੁਲਿਸ ਨੂੰ ਸੰਮਨ ਦੇਣ ਵਾਸਤੇ ਵੀ ਨੂਪੁਰ ਸ਼ਰਮਾ ਨਹੀਂ ਲੱਭੀ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਤੁਹਾਨੂੰ ਦੱਸਦੇ ਹਾਂ।
ਸ਼ਨੀਚਰਵਾਰ ਨੂੰ ਗੁਰਦੁਆਰਾ ਕਰਤੇ ਪ੍ਰਵਾਨ ਤੇ ਹਮਲੇ ਦੀ ਜ਼ਿੰਮੇਵਾਰੀ IS ਨੇ ਲਈ ਹੈ। AFP ਦੇ ਮੁਤਾਬਿਕ ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ ਯਾਨੀ ਕਿ ISKP ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜ਼ਿੰਮੇਵਾਰੀ ਲੈਣ ਤੋਂ ਬਾਅਦ ਇਸ ਗਰੁੱਪ ਨੇ ਕਿਹਾ ਹੈ ਕਿ ਹਮਲਾ ਭਾਰਤੀ ਸਿਆਸਤਦਾਨਾਂ ਦੇ ਵੱਲੋਂ ਪੈਗੰਬਰ ਮੁਹੰਮਦ ਸਾਹਿਬ ਦੀ ਸ਼ਾਨ ਖਿਲਾਫ ਕੀਤੀਆਂ ਵਿਵਾਦਿਤ ਟਿੱਪਣੀਆਂ ਦਾ ਬਦਲਾ ਸੀ। ਇੱਕ ਟੈਲੀਗ੍ਰਾਮ ਚੈਨਲ ਤੇ ਇਸਲਾਮਿਕ ਸਟੇਟ ਦੀ ਸਥਾਨਕ ਬ੍ਰਾਂਚ ਨੇ ਕਿਹਾ ਕਿ ਹਮਲਾ ਭਾਰਤ ਸਰਕਾਰ ਦੀ ਇੱਕ ਬੁਲਾਰਾ ਨੂਪੁਰ ਸ਼ਰਮਾ ਦੇ ਵੱਲੋਂ ਪੈਗੰਬਰ ਮੁਹੰਮਦ ਸਾਹਿਬ ਬਾਰੇ ਕੀਤੀ ਗਈ ਟਿੱਪਣੀ ਦੀ ਜਵਾਬੀ ਕਾਰਵਾਈ ਸੀ। ਇਸ ਹਮਲੇ ਦੇ ਵਿੱਚ ਇੱਕ ਸਿੱਖ ਸਮੇਤ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਸੀ, 7 ਜਣੇ ਜ਼ਖਮੀ ਹੋ ਗਏ ਨੇ। ਤਾਲਿਬਾਨ ਦੇ ਬੁਲਾਰੇ ਨੇ ਦੱਸਿਆ ਸੀ ਕਿ ਹਮਲਾਵਰਾਂ ਨੇ ਕਾਰ ਦੇ ਵਿੱਚ ਧਮਾਕਾ ਖੇਜ਼ ਸਮੱਗਰੀ ਲੱਦੀ ਹੋਈ ਸੀ, ਜਿਸ ਵਿੱਚ ਟੀਚੇ ਤੇ ਪਹੁੰਚਣ ਤੋਂ ਪਹਿਲਾਂ ਹੀ ਧਮਾਕਾ ਹੋ ਗਿਆ ਸੀ, ਨਹੀਂ ਤਾਂ ਇੱਕ ਵੱਡੀ ਤਰਾਸਦੀ ਵਾਪਰ ਸਕਦੀ ਸੀ। ਨੂਪੁਰ ਸ਼ਰਮਾ ਜਿਹੜੀ ਇਸ ਸਾਰੇ ਵਿਵਾਦ ਦੀ ਜੜ ਹੈ, ਜਿਸ ਦੇ ਬਿਆਨ ਦੇ ਨਾਲ ਪੂਰਾ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਮੁਸਲਿਮ ਭਾਈਚਾਰਾ ਭੜਕ ਉੱਠਿਆ ਸੀ। ਆਪਣੇ ਪੈਗੰਬਰ ਮੁਹੰਮਦ ਸਾਹਿਬ ਦੀ ਸ਼ਾਨ ਦੇ ਖਿਲਾਫ ਵਿਦੇਸ਼ਾਂ ਵਿੱਚ ਵਸਦੇ ਲੋਕ ਭਾਰਤੀ ਲੋਕਾਂ ਨੂੰ ਨਫ਼ਰਤ ਦੀਆਂ ਨਜ਼ਰਾਂ ਦੇ ਨਾਲ ਦੇਖਣ ਲੱਗੇ ਨੇ ਤੇ ਇਸ ਦਾ ਇੱਕ ਸਿਲਾ ਜਿਹੜਾ ਹੈਗਾ ਉਹ ਅਫਗਾਨਿਸਤਾਨ ਦੇ ਸਿੱਖਾਂ ਨੂੰ ਵੀ ਦਿੱਤਾ ਗਿਆ ਹੈ। ਜਦਕਿ ਦੂਸਰੇ ਪਾਸੇ ਨੂਪੁਰ ਸ਼ਰਮਾ ਸੰਮਨ ਲੈਣ ਦੇ ਲਈ ਵੀ ਪੁਲਿਸ ਨੂੰ ਲੱਭ ਨਹੀਂ ਰਹੀ। ਮੁੰਬਈ ਪੁਲਿਸ ਦੀ ਟੀਮ ਨੂੰ 5ਵਾਂ ਦਿਨ ਹੋ ਗਿਆ ਦਿੱਲੀ ਬੈਠੀ ਨੂੰ, ਪਰ ਨੂਪੁਰ ਸ਼ਰਮਾ ਨੂੰ ਸ਼ਾਇਦ ਲੱਗਦਾ ਹੈ ਧਰਤੀ ਨਿਗਲ ਗਈ ਜਾਂ ਫਿਰ ਅਸਮਾਨ ਖਾ ਗਿਆ, ਮਿਲ ਹੀ ਨਹੀਂ ਰਹੀ। ਉਂਝ ਤਾਂ ਪੁਲਿਸ ਹੈ ਜਿਹੜੀ ਸਾਡੇ ਮੁਲਕ ਦੀ ਜਾਂ ਕਿਸੇ ਵੀ ਮੁਲਕ ਦੀ ਹੋਵੇ, ਪਤਾਲ ਚੋਂ ਵੀ ਬੰਦਾ ਲੱਭ ਲਿਆਉਂਦੀ ਹੈ, ਪਰ ਨੂਪੁਰ ਸ਼ਰਮਾ ਨਹੀਂ ਮਿਲ ਰਹੀ ਤੇ ਸਰਕਾਰ ਵੀ ਇਸ ਮਸਲੇ ਤੇ ਹਾਲੇ ਤੱਕ ਕੁਝ ਨਹੀਂ ਬੋਲੀ। ਇਹ ਉਸ ਤੋਂ ਵੀ ਹੈਰਾਨੀਜਨਕ ਹੈ। ਕਰਤੇ ਪ੍ਰਵਾਨ ਗੁਰਦੁਆਰੇ ਤੇ ਇਸਲਾਮਿਕ ਸਟੇਟ ਵੱਲੋਂ ਕੀਤੇ ਹਮਲੇ ਤੋਂ ਇੱਕ ਦਿਨ ਬਾਅਦ ਕੇਂਦਰ ਸਰਕਾਰ ਨੇ 100 ਤੋਂ ਵੱਧ ਅਫਗਾਨੀ ਸਿੱਖਾਂ ਤੇ ਹਿੰਦੂਆਂ ਨੂੰ ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਲੰਘੇ ਸਾਲ ਅਗਸਤ ਮਹੀਨੇ ਦੇ ਵਿੱਚ ਵੀ ਜਦੋਂ ਤਾਲਿਬਾਨ ਦਾ ਅਫਗਾਨਿਸਤਾਨ ਤੇ ਕਬਜ਼ਾ ਹੋਇਆ ਸੀ, ਉਦੋਂ ਵੀ ਵੀਜ਼ੇ ਜਾਰੀ ਕੀਤੇ ਗਏ ਸਨ ਤੇ ਕਾਫੀ ਗਿਣਤੀ ਦੇ ਵਿੱਚ ਅਫਗਾਨੀ ਸਿੱਖ ਤੇ ਹਿੰਦੂ ਭਾਰਤ ਸਮੇਤ ਹੋਰ ਮੁਲਕਾਂ ਦੇ ਵਿੱਚ ਚਲੇ ਗਏ ਸੀ। ਵੀਜ਼ਾ ਲੈਣ ਦੇ ਲਈ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀਆਂ ਜਾਣਕਾਰੀਆਂ ਤੁਹਾਨੂੰ ਦੱਸਦੇ ਹਾਂ। ਉਸ ਤੋਂ ਵੀ ਪਹਿਲਾਂ ਇੱਕ RTI ਨੇ ਖੁਲਾਸਾ ਕੀਤਾ ਹੈ। RTI ਦੀ ਜਾਣਕਾਰੀ ਦੇ ਮੁਤਾਬਿਕ ਪੰਜਾਬ ਤੇ ਚੰਡੀਗੜ੍ਹ ਨੂੰ ਛੱਡ ਕੇ ਹੋਰਨਾਂ ਸੂਬਿਆਂ ਦੇ ਵਿੱਚ ਆਪਣੀ ਮਸ਼ਹੂਰੀ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹਿਜ਼ 7 ਦਿਨਾਂ ਦੇ ਵਿੱਚ 10 ਤੋਂ ਲੈ ਕੇ 17 ਅਪ੍ਰੈਲ ਤੱਕ 3.5 ਕਰੋੜ ਰੁਪਏ ਉਡਾ ਦਿੱਤੇ ਪੰਜਾਬ ਦੇ ਖਜ਼ਾਨੇ ਦੇ। ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਲੁਟਾਏ ਜਾਣ ਦਾ ਇਹ ਦੂਜਾ ਖੁਲਾਸਾ ਹੋਇਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਸ਼ਨੀਚਰਵਾਰ ਨੂੰ ਇੱਕ ਹੋਰ RTI ਦੇ ਰਾਹੀਂ ਖੁਲਾਸਾ ਹੋਇਆ ਸੀ ਕਿ ਕੱਲੇ ਅਪ੍ਰੈਲ ਮਹੀਨੇ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਪ੍ਰਚਾਰ ਦੇ ਉੱਤੇ 24 ਕਰੋੜ ਰੁਪਏ ਖਰਚ ਕੀਤੇ ਗਏ ਨੇ ਤੇ ਹੁਣ ਪਤਾ ਲੱਗਿਆ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਪ੍ਰਚਾਰ ਦੇ ਉੱਤੇ 3.5 ਕਰੋੜ ਰੁਪਏ ਦਾ ਪੰਜਾਬ ਦੇ ਖਜ਼ਾਨੇ ਨੂੰ ਦੋਨਾਂ ਲੀਡਰਾਂ ਦੇ ਵੱਲੋਂ ਰਗੜਾ ਲਾਇਆ ਗਿਆ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ RTI ਬਾਰੇ ਮੀਡੀਆ ਦੇ ਵਿੱਚ ਜਾਣਕਾਰੀ ਦਿੱਤੀ ਹੈ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲकांड ਨੂੰ ਐਤਵਾਰ ਨੂੰ 21ਵਾਂ ਦਿਨ ਹੋ ਗਿਆ, ਪਰ ਹਾਲੇ ਤੱਕ ਪੁਲਿਸ ਦੀ ਕਾਰਵਾਈ ਕਿਸੇ ਵੀ ਠੋਸ ਨਤੀਜੇ ਤੇ ਨਹੀਂ ਪਹੁੰਚ ਸਕੀ। ਹਾਲਾਂਕਿ ਐਤਵਾਰ ਨੂੰ ਇਸ ਮਾਮਲੇ ਦੇ ਵਿੱਚ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁਲਿਸ ਨੇ ਪੁੱਛਗਿੱਛ ਕੀਤੀ। ਕੁਝ ਨਿੱਜੀ ਚੈਨਲਾਂ ਦੇ ਵੱਲੋਂ ਆਪਣੇ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਵੀ ਦਾਅਵੇ ਕੀਤੇ ਗਏ ਕਿ ਮਨਪ੍ਰੀਤ ਮੰਨਾ ਨੇ ਕਤਲ ਦੀ ਯੋਜਨਾ ਬਾਰੇ ਵੱਡੇ ਖੁਲਾਸੇ ਕੀਤੇ ਨੇ। ਉਸਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕਰੋਲਾ ਗੱਡੀ ਕਿੱਥੇ ਦੇਣ ਦੀ ਗੱਲ ਹੋਈ ਸੀ, ਇਸ ਸੰਬੰਧ ਵਿੱਚ ਮਨਪ੍ਰੀਤ ਭਾਊ ਨਾਲ ਉਸਦੀ ਕੀ ਗੱਲਬਾਤ ਹੋਈ ਸੀ, ਇਹ ਸਾਰਾ ਕੁਝ ਕਹਿੰਦੇ ਉਹਨੇ ਦੱਸਿਆ ਹੈ। ਮਾਨਸਾ ਪੁਲਿਸ ਅਤੇ ਹੋਰ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਉਸ ਨਾਲ ਸਵਾਲ ਜਵਾਬ ਕੀਤੇ। ਸ਼ਨੀਚਰਵਾਰ ਨੂੰ ਫੜੇ ਗਏ ਮਾਨਸਾ ਦੇ ਪਿੰਡ ਰੱਲੀ ਦੇ ਮਨਮੋਹਨ ਉਰਫ ਮੋਹਣਾ ਨਾਮ ਦੇ ਸ਼ਖਸ ਨੇ ਵੀ ਵਿਧਾਨ ਸਭਾ ਚੋਣਾਂ ਦੌਰਾਨ ਰੇਕੀ ਕੀਤੀ ਸੀ। ਰੇਕੀ ਦੇ ਲਈ ਜਨਵਰੀ ਮਹੀਨੇ ਵਿੱਚ ਮੋਹਣਾ ਦੇ ਘਰੇ 4 ਲੋਕ ਵੀ ਰੁਕੇ ਸੀ। 4 ਦੇ ਕਤਲ ਵਾਲੇ ਦਿਨ ਵੀ ਸ਼ਾਮਿਲ ਹੋਣ ਦਾ ਸ਼ੱਕ ਹੈ। ਹੋ ਸਕਦਾ ਹੈ ਇਹ 4 ਸ਼ਾਰਪ ਸ਼ੂਟਰ ਹੋਣ। ਮੋਹਣਾ ਦੇ ਗਰੁੱਪ ਵੱਲੋਂ ਹੀ ਕਹਿੰਦੇ ਕਾਤਲਾਂ ਨੂੰ ਮੂਸੇਵਾਲੇ ਦੇ ਰੂਟ ਦੀ ਜਾਣਕਾਰੀ ਦਿੱਤੀ ਗਈ ਹੋ ਸਕਦੀ ਹੈ। ਮੋਹਣਾ ਨੂੰ ਮਾਨਸਾ ਤੋਂ ਪ੍ਰੋਡਕਸ਼ਨ ਵਾਰੰਟ ਤੇ ਪੁਲਿਸ ਮੁਹਾਲੀ ਲੈ ਕੇ ਆਈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਵੀ ਉਸ ਨੂੰ ਬਿਠਾ ਕੇ ਪੁੱਛਗਿੱਛ ਕੀਤੇ ਜਾਣ ਦੀ ਖਬਰ ਮਿਲੀ। ਇਸ ਕੇਸ ਦੇ ਵਿੱਚ ਇੱਕ ਵੱਡੀ ਅਪਡੇਟ ਟ੍ਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁੱਛਗਿੱਛ ਨੂੰ ਲੈ ਕੇ ਮਿਲੀ ਕਿ ਬਿਸ਼ਨੋਈ ਨੇ ਐਤਵਾਰ ਨੂੰ ਕਈ ਅਹਿਮ ਖੁਲਾਸੇ ਕੀਤੇ ਨੇ। ਲਾਰੈਂਸ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਪਤਾ ਵੀ ਕਹਿੰਦੇ ਦੱਸ ਦਿੱਤਾ। ਉਸਨੇ ਕੈਨੇਡਾ ਵਿੱਚ ਰਹਿੰਦੇ ਗੋਲਡੀ ਦੇ ਟਿਕਾਣਿਆਂ ਦੀ ਜਾਣਕਾਰੀ ਦਿੱਤੀ, ਨਾਲ ਹੀ ਗੋਲਡੀ ਬਰਾੜ ਦੇ ਸਾਥੀਆਂ ਬਾਰੇ ਵੀ ਰਾਜ਼ ਖੋਲੇ ਨੇ। ਲਾਰੈਂਸ ਨੇ 2 ਸ਼ਾਰਪ ਸ਼ੂਟਰਾਂ ਦਾ ਨਾਮ ਵੀ ਲਿਆ ਹੈ। ਗੋਲਡੀ ਉਰਫ ਸਤਿੰਦਰਜੀਤ ਇਸ ਵਕਤ ਕੈਨੇਡਾ ਦੇ ਵਿੱਚ ਹੈ। ਇੰਟਰਪੋਲ ਨੇ ਗੋਲਡੀ ਖਿਲਾਫ ਇੱਕ ਹੋਰ ਮਾਮਲੇ ਦੇ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ। ਫਿਲਹਾਲ ਪੁਲਿਸ ਨੇ ਲਾਰੈਂਸ ਵੱਲੋਂ ਦੱਸੇ ਪਤੇ ਦੇ ਬਾਰੇ ਜਾਂਚ ਵੀ ਕਹਿੰਦੇ ਸ਼ੁਰੂ ਕਰ ਦਿੱਤੀ ਹੈ। ਇਸ ਸਭ ਦੇ ਦਰਮਿਆਨ ਕਾਂਗਰਸ ਵਿਧਾਇਕ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁਲਿਸ ਨੂੰ ਘੇਰਿਆ ਹੈ।
ਪੁਲਿਸ ਦੇ ਗੰਭੀਰ ਇਲਜ਼ਾਮ ਲਾਉਂਦਿਆਂ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਅਧਿਕਾਰੀ ਗੈਂਗਸਟਰਾਂ ਦੇ ਸੰਪਰਕ ਵਿੱਚ ਰਹਿੰਦੇ ਨੇ। ਪੁਲਿਸ ਅਧਿਕਾਰੀਆਂ ਨੂੰ ਗੈਂਗਸਟਰਾਂ ਬਾਰੇ ਪੂਰਾ ਪਤਾ ਹੁੰਦਾ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਗੈਂਗਸਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਜ਼ਿਆਦਾ ਸ਼ਹਿ ਮਿਲੀ ਹੈ। ਇਸ ਸਾਲ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੇ ਆਉਂਦਿਆਂ ਇਹਨਾਂ ਦੀਆਂ ਗਤੀਵਿਧੀਆਂ ਕਹਿੰਦੇ ਮੁੜ ਤੇਜ਼ ਹੋ ਗਈਆਂ ਤੇ ਇਸ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੀ ਜਵਾਬਦੇਹੀ ਬਣਦੀ ਹੈ। ਉਹਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਹੈ ਕਿ ਤਿਹਾੜ ਜੇਲ੍ਹ ਦੇ ਵਿੱਚੋਂ ਸਾਰਾ ਕੁਝ ਚੱਲ ਰਿਹਾ ਸੀ ਤੇ ਕੇਜਰੀਵਾਲ ਨੂੰ ਜਵਾਬ ਦੇਣਾ ਚਾਹੀਦਾ ਹੈ। ਇਸ ਸਭ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਉਧਰ ਚੰਡੀਗੜ੍ਹ ਦੇ ਸਿੱਪੀ ਸਿੱਧੂ ਕਤਲकांड ਦੀ ਮੁੱਖ ਮੁਲਜ਼ਮ ਠਹਿਰਾਈ ਗਈ ਕਲਿਆਣੀ ਸਿੰਘ ਨੂੰ ਸੀਬੀਆਈ ਨੇ ਮੁੜ ਰਿਮਾਂਡ ਤੇ ਲੈ ਲਿਆ। ਸੀਬੀਆਈ ਨੂੰ ਕਲਿਆਣੀ ਸਿੰਘ ਦਾ 2 ਦਿਨਾਂ ਦਾ ਹੋਰ ਰਿਮਾਂਡ ਮਿਲਿਆ। ਹਾਲਾਂਕਿ ਸੀਬੀਆਈ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ। 4 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਕਲਿਆਣੀ ਨੂੰ ਐਤਵਾਰ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਹਿਮਾਚਲ ਦੇ ਸਿਟਿੰਗ ਜੱਜ ਦੀ ਧੀ ਕਲਿਆਣੀ ਸਿੰਘ ਤੇ ਨੈਸ਼ਨਲ ਸ਼ੂਟਰ ਤੇ ਵਕੀਲ ਸਿੱਪੀ ਸਿੱਧੂ ਦੇ ਕਤਲ ਦਾ ਇਲਜ਼ਾਮ ਹੈ। ਸਿੱਪੀ ਸਿੱਧੂ ਦਾ 20 ਸਤੰਬਰ 2015 ਨੂੰ ਚੰਡੀਗੜ੍ਹ ਦੇ ਸੈਕਟਰ 27 ਦੇ ਪਾਰਕ ਵਿੱਚ ਕਤਲ ਹੋਇਆ ਸੀ। ਹੁਣ ਗੱਲ ਕਰਾਂਗੇ ਅਗਨੀਪਥ ਯੋਜਨਾ ਦੀ। ਭਾਰਤੀ ਹਵਾਈ ਸੈਨਾ ਨੇ ਨਵੀਂ ਭਰਤੀ ਯੋਜਨਾ ਅਗਨੀਪਥ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹਾਲਾਂਕਿ ਯੋਜਨਾ ਦੇ ਖਿਲਾਫ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਲਗਾਤਾਰ ਚੱਲ ਰਹੇ ਨੇ। ਨੋਟੀਫਿਕੇਸ਼ਨ ਦੇ ਮੁਤਾਬਿਕ 4 ਸਾਲ ਦੇ ਲਈ ਭਰਤੀ ਹੋਵੇਗੀ ਤੇ ਡਿਊਟੀ ਪੂਰੀ ਕਰਨ ਤੋਂ ਬਾਅਦ ਕੁਝ ਅਗਨੀਵੀਰਾਂ ਨੂੰ ਲੋੜ ਦੇ ਮੁਤਾਬਿਕ ਹਵਾਈ ਸੈਨਾ ਦੇ ਰੈਗੂਲਰ ਕੇਡਰ ਵਿੱਚ ਭਰਤੀ ਹੋਣ ਦਾ ਵੀ ਮੌਕਾ ਮਿਲੂਗਾ। ਵਿਰੋਧੀ ਪਾਰਟੀਆਂ ਇਸ ਭਰਤੀ ਯੋਜਨਾ ਨੂੰ ਵਾਪਸ ਲੈ ਜਾਣ ਦੇ ਲਈ ਕੇਂਦਰ ਸਰਕਾਰ ਤੇ ਦਬਾਅ ਬਣਾ ਰਹੀਆਂ ਨੇ। ਕਾਂਗਰਸ ਨੇ ਦਿੱਲੀ ਦੇ ਜੰਤਰ ਮੰਤਰ ਤੇ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ ਹੈ। ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਕਾਂਗਰਸੀ ਲੀਡਰਾਂ ਨੇ ਕਿਹਾ ਕਿ ਨੌਜਵਾਨਾਂ ਦੇ ਨਾਲ ਕੇਂਦਰ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਹੈ। ਇਹ ਧਰਨਾ ਕਾਂਗਰਸ ਦੇ ਲੀਡਰਾਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ ਹੈ। ਇਹਨਾਂ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਬੰਦ ਕੀਤੀ ਫੌਜ ਦੀ ਭਰਤੀ ਹਾਲੇ ਤੱਕ ਮੁੜ ਨਹੀਂ ਸ਼ੁਰੂ ਕੀਤੀ ਗਈ, ਪਰ ਅਗਨੀਪਥ ਵਰਗੀ ਭਰਤੀ ਯੋਜਨਾ ਸ਼ੁਰੂ ਕਰਕੇ ਸਰਕਾਰ ਨੇ ਨੌਜਵਾਨ ਵਰਗ ਦੇ ਨਾਲ ਧੋਖਾ ਕੀਤਾ ਹੈ। ਇਸ ਦਰਮਿਆਨ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਪਾਰਟੀ ਲੀਡਰਾਂ ਤੇ ਵਰਕਰਾਂ ਨੂੰ ਐਤਵਾਰ ਨੂੰ ਉਹਨਾਂ ਦਾ ਜਨਮ ਦਿਨ ਨਾ ਮਨਾਉਣ ਦੀ ਅਪੀਲ ਵੀ ਕੀਤੀ। ਐਤਵਾਰ ਨੂੰ ਰਾਹੁਲ ਗਾਂਧੀ ਦਾ 52ਵਾਂ ਜਨਮ ਦਿਨ ਰਿਹਾ। ਕਾਂਗਰਸ ਲੀਡਰ ਜੈਰਾਮ ਰਮੇਸ਼ ਨੇ ਟਵਿੱਟਰ ਤੇ ਰਾਹੁਲ ਗਾਂਧੀ ਦਾ ਸੁਨੇਹਾ ਟਵੀਟ ਕੀਤਾ। ਇਸ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਮਾਹੌਲ ਬੇਹੱਦ ਚਿੰਤਾਜਨਕ ਹੈ। ਦੇਸ਼ ਦਾ ਨੌਜਵਾਨ ਪਰੇਸ਼ਾਨ ਹੈ। ਅਸੀਂ ਇਸ ਸਮੇਂ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ ਤੇ ਸਾਨੂੰ ਖੜੇ ਵੀ ਹੋਣਾ ਚਾਹੀਦਾ ਹੈ। ਇਸ ਕਰਕੇ ਮੇਰੇ ਜਨਮ ਦਿਨ ਤੇ ਕੋਈ ਜਸ਼ਨ ਨਾ ਮਨਾਇਆ ਜਾਵੇ। ਬਸਪਾ ਸੁਪਰੀਮੋ ਮਾਇਆਵਤੀ ਨੇ ਵੀ ਕਿਹਾ ਕਿ ਅਗਨੀਪਥ ਭਰਤੀ ਯੋਜਨਾ ਨੂੰ ਲੈ ਕੇ ਦੇਸ਼ ਦਾ ਨੌਜਵਾਨ ਨਿਰਾਸ਼ ਅਤੇ ਪਰੇਸ਼ਾਨ ਹੈ। ਬਿਹਾਰ ਤੋਂ ਆਰਜੇਡੀ ਲੀਡਰ ਤੇਜਸਵੀ ਯਾਦਵ ਨੇ ਇਸ ਸਕੀਮ ਤੇ ਸਵਾਲ ਚੁੱਕਦੇ ਹੋਏ ਪੁੱਛਿਆ ਕਿ ਇਹ ਯੋਜਨਾ ਪੜ੍ਹੇ ਲਿਖੇ ਨੌਜਵਾਨਾਂ ਦੇ ਲਈ ਮਨਰੇਗਾ ਹੈ ਜਾਂ ਫਿਰ ਆਰਐਸਐਸ ਦਾ ਕੋਈ ਲੁਕਿਆ ਹੋਇਆ ਏਜੰਡਾ। 1 ਰੈਂਕ 1 ਪੈਨਸ਼ਨ ਦੀ ਬਜਾਏ 9 ਰੈਂਕ 9 ਪੈਨਸ਼ਨ ਲਿਆਂਦਾ ਗਿਆ। ਜੇ ਬੀਜੇਪੀ ਨੂੰ ਠੇਕੇਦਾਰੀ ਪ੍ਰਥਾ ਇੰਨੀ ਪਸੰਦ ਹੈ ਤਾਂ ਬੀਜੇਪੀ ਦੇ ਮੰਤਰੀ ਆਪਣੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਅਸਤੀਫੇ ਕਿਉਂ ਨਹੀਂ ਦਿਵਾ ਦਿੰਦੇ? ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਤਿੰਨਾਂ ਫੌਜਾਂ ਦੇ ਮੁਖੀਆਂ ਦੇ ਨਾਲ ਮੁਲਾਕਾਤ ਕੀਤੀ। ਦੁਪਹਿਰੇ 2 ਵਜੇ ਤਿੰਨਾਂ ਫੌਜਾਂ ਦੇ ਮੁਖੀਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਜਨਰਲ ਅਨਿਲ ਪੁਰੀ ਨੇ ਕੇਂਦਰ ਦੀ ਯੋਜਨਾ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯੋਜਨਾ ਨੌਜਵਾਨਾਂ ਦੇ ਲਈ ਫਾਇਦੇਮੰਦ ਹੈ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਜੋਸ਼ ਤੇ ਹੋਸ਼ ਦਾ ਤਾਲਮੇਲ ਰਹੇ। ਕਹਿੰਦੇ 1999 ਤੋਂ ਹੀ ਇਸ ਪ੍ਰਕਿਰਿਆ ਦੀ ਸ਼ੁਰੂਆਤ ਹੋ ਗਈ ਸੀ। ਅਗਲੀ ਜੰਗ ਟੈਕਨੋਲੋਜੀ ਦੀ ਹੋਵੇਗੀ। ਇਹ ਵੀ ਕਿਹਾ ਕਹਿੰਦੇ 1999 ਤੋਂ ਹੀ ਸੁਧਾਰਾਂ ਦੀ ਮੰਗ ਹੋ ਰਹੀ ਸੀ। 2 ਸਾਲਾਂ ਤੋਂ ਇਸ ਯੋਜਨਾ ਤੇ ਚਰਚਾ ਚੱਲ ਰਹੀ ਸੀ। अब डिटेल्स करने में समय चाहिए। ये इसके लिए ओवरनाइट सोल्यूशन नहीं है। कमिंग टू रोल बैक ऑफ द स्कीम, नो। And why should it be rolled back? It is the only progressive step to make the country young. Why is it being made young? You know, we are tinkering with देश की रक्षा. There is no space. एक ही सिर्फ है देश की रक्षा करने के लिए, और देश की रक्षा करने के लिए मैं आपको एग्जांपल देता हूं। पता है कितनी कैजुअलिटीज आती हैं जस्ट फॉर हेल्थ पर्पसेस फ्रॉम हाई एल्टीट्यूड एरियाज? आप पढ़िएगा, ओके, तो तब आपको पता चलेगा यंग क्यों जरूरी है। ਅਨਿਲ ਪੁਰੀ ਨੇ ਕਿਹਾ ਕਿ ਅਗਨੀਵੀਰ ਨੂੰ ਸਿਆਚਨ ਅਤੇ ਹੋਰ ਖੇਤਰਾਂ ਦੇ ਵਿੱਚ ਉਹੀ ਭੱਤਾ ਮਿਲੂਗਾ ਜੋ ਮੌਜੂਦਾ ਸਮੇਂ ਵਿੱਚ ਸੇਵਾ ਕਰ ਰਹੇ ਰੈਗੂਲਰ ਸੈਨਿਕਾਂ ਤੇ ਲਾਗੂ ਹੁੰਦਾ ਹੈ। ਸੇਵਾ ਦੇ ਮਾਮਲੇ 'ਚ ਉਹਨਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ। ਦੇਸ਼ ਦੀ ਸੇਵਾ 'ਚ ਜਾਨ ਕੁਰਬਾਨ ਕਰਨ ਵਾਲੇ ਅਗਨੀਵੀਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਵੀ ਮਿਲੂਗਾ। ਅਗਲੇ 4-5 ਸਾਲਾਂ ਵਿੱਚ ਕਹਿੰਦੇ ਸਾਡੀ ਭਰਤੀ 50 ਤੋਂ 60,000 ਹੋਵੇਗੀ ਤੇ ਬਾਅਦ ਵਿੱਚ ਇਹ ਵੱਧ ਕੇ 90,000 ਤੋਂ ਲੈ ਕੇ 1 ਲੱਖ ਹੋ ਜਾਊਗੀ। ਸ਼ੁਰੂਆਤ ਅਸੀਂ 46,000 ਨਾਲ ਕਰ ਰਹੇ ਹਾਂ। ਤੇ ਇਸ ਦਰਮਿਆਨ ਸਭ ਤੋਂ ਵੱਡੀ ਜਾਣਕਾਰੀ ਇਹ ਹੈ ਕਿ ਕੇਂਦਰ ਸਰਕਾਰ ਨੇ ਆਖਿਰਕਾਰ ਵਿਰੋਧ ਕਰ ਰਹੇ ਨੌਜਵਾਨਾਂ ਤੇ ਵੱਡਾ ਸ਼ਿਕੰਜਾ ਵੀ ਕੱਸ ਦਿੱਤਾ ਹੈ। ਉਹਨਾਂ ਨੂੰ ਸਬਕ ਸਿਖਾ ਦਿੱਤਾ ਹੈ। ਵਿਰੋਧ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਵਾਸਤੇ ਅਨਿਲ ਪੁਰੀ ਨੇ ਐਲਾਨ ਕਰ ਦਿੱਤਾ ਹੈ ਕਿ ਅਨੁਸ਼ਾਸਨ ਭਾਰਤੀ ਫੌਜ ਦੀ ਨੀਂਹ ਹੈ। ਸਾੜ ਫੂਕ ਤੋੜ-ਫੋੜ ਦੀ ਕੋਈ ਥਾਂ ਇੱਥੇ ਨਹੀਂ ਹੈ। ਭਰਤੀ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ ਇਹ ਸਰਟੀਫਿਕੇਟ ਦਿੱਤਾ ਜਾਊਗਾ ਕਿ ਉਸਨੇ ਪ੍ਰਦਰਸ਼ਨ ਜਾਂ ਭੰਨਤੋੜ ਵਿੱਚ ਹਿੱਸਾ ਨਹੀਂ ਲਿਆ। ਇਸ ਤੋਂ ਬਿਨਾਂ ਤਾਂ ਕਹਿੰਦੇ ਭਰਤੀ ਹੋ ਹੀ ਨਹੀਂ ਸਕਦੀ। ਜੇ ਉਹਨਾਂ ਖਿਲਾਫ FIR ਦਰਜ ਹੋਈ ਹੋਏਗੀ ਤਾਂ ਉਹ ਹਾਜ਼ਰ ਹੀ ਨਹੀਂ ਹੋ ਸਕਦੇ। ਉਮੀਦਵਾਰਾਂ ਨੂੰ ਨਾਮਜ਼ਦਗੀ ਫਾਰਮ ਦੇ ਵਿੱਚ ਇਹ ਲਿਖਣਾ
ਪਵੇਗਾ ਕਿ ਉਹ ਅਗਜ਼ਨੀ ਦਾ ਹਿੱਸਾ ਕਦੇ ਨਹੀਂ ਬਣੇ। ਫਿਰ ਹੀ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਏਗੀ। ਸਾਰੇ ਉਮੀਦਵਾਰਾਂ ਨੂੰ ਲਿਖਤੀ ਸਹੁੰ ਚੁੱਕਣੀ ਪਊਗੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਗਜ਼ਨੀ ਜਾਂ ਫਿਰ ਹਿੰਸਾ ਦੇ ਵਿੱਚ शामिल नहीं हुए ते ना ही होंगे। आंख बंद करिए और पूछिए फौज का आपसे एक चीज कौन सी सबसे जरूरी है। बगैर उठाए बगैर सोचे आप बोलेंगे डिसिप्लिन। अगर हमारी डिसिप्लिन बुनियाद है तो कहां स्पेस है? देयर इज नो स्पेस, है ना। मैंने शुरू में ही बोला जस्ट सिंपली नो स्पेस फॉर इनडिसिप्लिन। अब आपने मेरे को बोला कि उन लोगों को बुलाया जा रहा है, ये करा जा रहा है। सी इट्स अ मैटर ऑफ क्या कहते हैं, लॉ एंड ऑर्डर। एंड जो बच्चे, मैं दोबारा दोहरा रहा हूं, जो बच्चे हैं उन सबको बोला गया कि काइंडली राइट अ प्लेज। एंड राइट प्लेज मतलब दिस इज पार्ट ऑफ द क्या कहते हैं, एनरोलमेंट फॉर्म, कि मैं किसी पुलिस या ये आर्सन इसके अंदर नहीं जुड़ा हूं। उसके साथ उसका पुलिस वेरिफिकेशन होगा ही होगा। अगर ना जाने किसी वजह से एफआईआर लॉन्च उसके ऊपर लॉन्च हुआ तो वो नहीं आ सकता। इट इज सिंपल। थैंक यू। कविता ਸੋ ਜਿਹੜੇ ਵੀ ਦੇਸ਼ ਦੇ ਨੌਜਵਾਨ ਵਿਰੋਧ ਕਰ ਰਹੇ ਨੇ, ਪ੍ਰਦਰਸ਼ਨ ਕਰ ਰਹੇ ਨੇ, ਮੁਜ਼ਾਹਰੇ ਕਰ ਰਹੇ ਨੇ, ਉਹਨਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ ਤੇ ਉਹ ਵੀ ਉਹ ਨੌਜਵਾਨ ਨੇ ਜਿਹੜੇ ਕਿ ਫੌਜ ਵਿੱਚ ਭਰਤੀ ਹੋਣ ਦੇ ਲਈ ਤਿਆਰੀ ਕਰ ਰਹੇ ਸੀ। ਫੌਜ ਵਿੱਚ ਭਰਤੀ ਤਾਂ ਦੂਰ, ਹੁਣ ਉਹਨਾਂ ਨੂੰ ਅਗਨੀਵੀਰ ਵੀ ਨਹੀਂ ਬਣਨ ਦਿੱਤਾ ਜਾਏਗਾ। ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਹੈ। ਇਹ ਹੁੰਦੀ ਹੈ ਸ਼ਾਇਦ ਤਾਨਾਸ਼ਾਹੀ। ਕਿਸਾਨ ਲੀਡਰ ਰਾਕੇਸ਼ ਟਿਕੈਤ ਵੀ ਇਸ ਯੋਜਨਾ ਦੇ ਖਿਲਾਫ ਖੁੱਲ੍ਹ ਕੇ ਬੋਲ ਰਹੇ ਨੇ। ਇੱਕ ਟਵੀਟ ਕੀਤਾ ਹੈ ਉਹਨਾਂ ਨੇ, ਕੇਂਦਰੀ ਮੰਤਰੀ ਵੀਕੇ ਸਿੰਘ ਨੂੰ ਨਿਸ਼ਾਨੇ ਤੇ ਲਿਆ। ਟਿਕੈਤ ਕਹਿੰਦੇ ਨੇ ਕਿ 42 ਸਾਲ ਦੀ ਸੇਵਾ ਤੋਂ ਬਾਅਦ ਵੀ ਸੇਵਾ ਵਧਾਉਣ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚੇ ਕੇਂਦਰੀ ਮੰਤਰੀ ਵੀਕੇ ਸਿੰਘ ਅੱਜ ਨੌਜਵਾਨਾਂ ਨੂੰ ਸਿਰਫ 4 ਸਾਲ ਦੀ ਨੌਕਰੀ ਦੀ ਵਕਾਲਤ ਕਰ ਰਹੇ ਨੇ। ਜੇਕਰ ਇਹ ਦੇਸ਼ ਦੇ ਨੌਜਵਾਨਾਂ ਦੇ ਨਾਲ ਧੋਖਾ ਨਹੀਂ ਤਾਂ ਹੋਰ ਕੀ ਹੈ। ਸੰਗਰੂਰ ਜ਼ਿਮਨੀ ਚੋਣ ਦੀ ਗੱਲ ਕਰਾਂਗੇ। ਕੁਝ ਕੁ ਦਿਨ ਹੀ ਚੋਣਾਂ ਦੇ ਵਿੱਚ ਬਾਕੀ ਨੇ। 23 ਜੂਨ ਨੂੰ ਵੋਟਾਂ ਪੈਣੀਆਂ ਨੇ ਅਤੇ ਚੋਣ ਕਮਿਸ਼ਨ ਨੇ ਵੀ ਇਸ ਸੰਬੰਧੀ ਵੋਟਾਂ ਪਾਉਣ ਨੂੰ ਲੈ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਸੰਗਰੂਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦੋ ਮਾਨਾਂ ਨੇ ਵੱਖੋ ਵੱਖਰੇ ਰੋਡ ਸ਼ੋਅ ਕੱਢੇ। ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕੱਠ ਵੇਖ ਕੇ ਸਿਮਰਨਜੀਤ ਸਿੰਘ ਮਾਨ ਨੇ ਬੜਕ ਮਾਰੀ ਤੇ ਕਿਹਾ, ਖੁਦ ਹੀ ਵੇਖ ਲਵੋ ਮੁਕਾਬਲੇ ਵਿੱਚ ਕਿਹੜਾ ਮਾਨ ਤਕੜਾ ਹੈ। ਸਿਮਰਨਜੀਤ ਮਾਨ ਨੇ ਕਿਹਾ ਕਿ ਸੰਗਰੂਰ ਇਲਾਕੇ ਤੋਂ ਅਨਾਜ ਪੂਰੀ ਦੁਨੀਆ ਤੱਕ ਪਹੁੰਚਦਾ ਹੈ। ਇਸ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਮੇਰੀ ਹੋਊਗੀ। ਕਹਿੰਦੇ ਜੇ ਸੁਖਬੀਰ ਬਾਦਲ ਮੈਨੂੰ ਪਹਿਲਾਂ ਪੁੱਛ ਲੈਂਦੇ ਤਾਂ ਸ਼ਾਇਦ ਅਸੀਂ ਕੁਝ ਗੱਲ ਕਰ ਸਕਦੇ ਸੀ। ਮਾਨ ਨੇ ਕਿਹਾ ਕਿ ਮੈਂ ਤਾਂ ਸਭ ਤੋਂ ਪਹਿਲਾਂ ਇਸ ਮੈਦਾਨ ਦੇ ਵਿੱਚ ਆ ਕੇ ਡਟ ਗਿਆ ਸੀ। ਉਹ ਕਾਫੀ ਲੇਟ ਮੇਰੇ ਕੋਲ ਆਏ ਨੇ। ਮੈਂ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਹੁਣ ਮੇਰਾ ਸਾਥ ਦਿਓ, ਪਰ ਉਹਨਾਂ ਨੇ ਦਿੱਤਾ ਨਹੀਂ। ਕਹਿੰਦੇ ਕਿ ਬਾਦਲਾਂ ਨੇ ਤਾਂ ਸਿੱਖਾਂ ਨੂੰ ਅੰਦਰ ਕਰਵਾਇਆ ਸੀ, ਅਸੀਂ ਉਹਨਾਂ ਬੰਦੀ ਸਿੰਘਾਂ ਨੂੰ ਆਜ਼ਾਦ ਕਰਵਾਵਾਂਗੇ। ਜਿਨ੍ਹਾਂ ਸਿੱਖਾਂ ਦੀ ਉਹ ਰਿਹਾਈ ਦੀ ਗੱਲ ਕਰਦੇ ਨੇ ਉਹਨਾਂ ਵਿੱਚੋਂ ਕਿਸੇ ਨੇ ਵੀ ਬਾਦਲ ਦਲ ਦਾ ਇਹਨਾਂ ਚੋਣਾਂ ਵਿੱਚ ਸਾਥ ਦੇਣ ਦਾ ਕਹਿੰਦੇ ਐਲਾਨ ਨਹੀਂ ਕੀਤਾ। ਇਹ ਦਾਅਵਾ ਕੀਤਾ ਸਿਮਰਨਜੀਤ ਮਾਨ ਨੇ। ਉਹ ਮੁਕਾਬਲਾ ਦੇਖ ਲਓ ਕਿਹੜੇ ਮਾਨ ਦਾ ਤਕੜਾ। ਉਹ ਜੇ ਸੁਖਬੀਰ ਸਿੰਘ ਮੈਨੂੰ ਪਹਿਲਾਂ ਪੁੱਛ ਲੈਂਦੇ ਤਾਂ ਫੇਰ ਆਪਾਂ ਕੁਛ ਨਾ ਕੁਛ ਕਰ ਸਕਦੇ ਸੀਗੇ। ਬਾਦਲਾਂ ਨੇ ਤਾਂ ਬੰਦੀਆਂ ਨੂੰ ਅੰਦਰ ਕਰਾਇਆ ਤੇ ਬੀਬੀ ਜੀ ਹੁਣ ਉਹਨਾਂ ਦੀ ਟਿਕਟ ਤੇ ਲੜ ਰਹੇ ਹੈ। ਤਾਂ ਮੇਰਾ ਮਤਲਬ ਹੈ ਬਾਦਲ ਸਾਹਿਬ ਦੀ ਬਦਨਾਮੀ ਬਰਗਾੜੀ ਦੇ ਵਿੱਚ ਬੇਅਦਬੀ ਕਰਕੇ ਸੌਦੇ ਸਾਧ ਨੂੰ ਮਾਫੀ ਦਵਾ ਕੇ ਤੇ ਸੌਦੇ ਸਾਧ ਨੂੰ ਗੁਰੂ ਸਾਹਿਬ ਦਾ ਸਾਂਗ ਰਚਾ ਕੇ ਕਿ ਇਹ ਹੁਣ ਸੁਖਬੀਰ ਸਿੰਘ ਤੇ ਬਾਦਲ ਸਾਹਿਬ ਮਹੰਤ ਤੇ ਮਸੰਦ ਬਣ ਗਏ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਰਨਾਲਾ ਤੇ ਮਲੇਰਕੋਟਲਾ ਦੇ ਵਿੱਚ ਪ੍ਰਚਾਰ ਕੀਤਾ। ਐਤਵਾਰ ਨੂੰ ਰੋਡ ਸ਼ੋਅ ਕੱਢੇ ਤੇ ਬੋਲਿਆ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਬਾਰੇ, ਗੈਂਗਸਟਰਾਂ ਦੇ ਬਾਰੇ ਅਤੇ ਲੋਕਾਂ ਨੂੰ ਇਹ ਵੀ ਕਿਹਾ ਕਿ ਸਮਾਂ ਦੇ ਦਿਓ, ਹਾਲੇ ਤਾਂ 3 ਮਹੀਨੇ ਹੋਏ ਨੇ। ਕਹਿੰਦੇ ਇੱਕ ਬਜ਼ੁਰਗ ਨੇ ਮੈਨੂੰ ਪੁੱਛਿਆ ਸੀ ਕਿ ਮਾਨ ਕਿੰਨਾ ਟਾਈਮ ਹੋ ਗਿਆ ਤੇਰੀ ਸਰਕਾਰ ਬਣੇ ਨੂੰ। ਕਹਿੰਦੇ ਮੈਂ ਕਿਹਾ 3 ਮਹੀਨੇ। ਕਹਿੰਦੇ 3 ਮਹੀਨਿਆਂ ਦੇ ਜਵਾਕ ਦੇ ਤਾਂ ਦੰਦ ਵੀ ਨਹੀਂ ਆਉਂਦੇ, ਤੂੰ ਦੰਦੀਆਂ ਵੀ ਵੱਢਣ ਲੱਗ ਪਿਆ। ਕਿੰਨਾ ਚਿਰ ਹੋ ਗਿਆ ਸਰਕਾਰ ਨੂੰ? ਕਹਿੰਦੇ 3 ਮਹੀਨੇ। ਕਹਿੰਦਾ 3 ਮਹੀਨਿਆਂ ਦੇ ਜਵਾਕ ਦੇ ਤਾਂ ਦੰਦ ਵੀ ਨਹੀਂ ਆਉਂਦੇ, ਤੂੰ ਫਿਰ ਵੀ ਦੰਦੀਆਂ ਵੱਢਣ ਲੱਗ ਗਿਆ ਇਹਨਾਂ ਨੂੰ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਧਨੌਲਾ ਪਹੁੰਚੇ ਹੋਏ ਸੀ। ਸੁਖਬੀਰ ਬਾਦਲ ਨੇ ਲੋਕਾਂ ਨੂੰ ਕਿਹਾ ਕਿ ਜੇ ਬੰਦੀ ਸਿੰਘਾਂ ਨੂੰ ਘਰੇ ਲਿਆਉਣਾ ਹੈ ਤਾਂ ਤੱਕੜੀ ਨੂੰ ਵੋਟਾਂ ਪਾ ਦਿਓ। ਕਹਿੰਦੇ ਰਾਜੋਆਣਾ ਪਰਿਵਾਰ ਦੀਆਂ ਬੜੀਆਂ ਕੁਰਬਾਨੀਆਂ ਨੇ, ਇਸ ਲਈ ਸੰਗਰੂਰ ਜ਼ਿਮਨੀ ਚੋਣਾਂ ਵਿੱਚ ਅਕਾਲੀ ਦਲ ਨੂੰ ਤਕੜਾ ਕਰੋ। ਸੁਖਬੀਰ ਨੇ ਕਿਹਾ ਕਿ ਸਿਰਫ 3 ਮਹੀਨਿਆਂ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ ਹੋਏ ਨੇ। ਕਹਿੰਦੇ ਮੈਂ ਇੱਥੇ ਬੈਠੀਆਂ ਸਾਰੀਆਂ ਬੀਬੀਆਂ ਭੈਣਾਂ ਮਾਤਾਵਾਂ ਨੂੰ ਇਹ ਦਾਅਵੇ ਨਾਲ ਕਹਿਣਾ, ਮੇਰੀ ਇੱਕ ਗੱਲ ਨੋਟ ਕਰ ਲਿਓ ਕਿ ਹਜ਼ਾਰ ਰੁਪਏ ਤੁਹਾਨੂੰ ਕਦੇ ਵੀ ਨਹੀਂ ਮਿਲਣੇ, ਨਾ ਹੀ 300 ਯੂਨਿਟ ਬਿਜਲੀ ਦੇ ਘਟਾਉਣੇ ਨੇ।
ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੀ ਮੁਫਤ 300 ਯੂਨਿਟ ਬਿਜਲੀ ਦੀ ਯੋਜਨਾ ਹੈ ਉਹ 1 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਦੇ ਵਿੱਚ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਗਾਇਕ ਬਲਕਾਰ ਸਿੰਘ ਸਿੱਧੂ ਆਪਣੀ ਸਾਰੀ ਟੀਮ ਨਾਲ ਚੋਣ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ। ਕਸਬਾ ਧਨੌਲਾ ਦੇ ਵਿੱਚ ਡੋਰ ਟੂ ਡੋਰ ਉਹਨਾਂ ਨੇ ਚੋਣ ਪ੍ਰਚਾਰ ਕੀਤਾ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਅਤੇ ਖਦਸ਼ਾ ਜਤਾਇਆ ਕਿ ਪੰਜਾਬ 'ਚ ਮੁੜ ਤੋਂ ਕਾਲਾ ਦੌਰ ਆ ਸਕਦਾ ਹੈ। ਅੱਜ ਪੰਜਾਬ ਦੇ ਜੋ ਹਾਲਾਤ ਹਨ ਮੈਨੂੰ ਡਰ ਲੱਗ ਰਿਹਾ ਹੈ, ਡਰ ਲੱਗ ਰਿਹਾ ਕਿ ਪੰਜਾਬ ਦੇ ਉੱਤੇ ਦੁਬਾਰੇ ਉਹ ਕਾਲੇ ਦਿਨ ਦੁਬਾਰੇ ਨਾ ਵਾਪਰ ਜਾਣ। ਅੱਜ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਹੈ, ਕਬੱਡੀ ਪਲੇਅਰ ਮਾਰੇ ਜਾ ਰਹੇ ਨੇ, ਰੋਜ਼ਾਨਾ 2-3 ਕਤਲ ਹੋ ਜਾਂਦੇ ਨੇ। ਮੈਨੂੰ ਡਰ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਦੁਬਾਰੇ ਉਹ ਅੱਗ ਬਲਣ ਨਾ ਲੱਗ ਪਈ। ਪਟਿਆਲੇ ਦਾ ਉਹ ਹਾਦਸਾ, ਇੰਟੈਲੀਜੈਂਸੀ ਦੇ ਦਫ਼ਤਰ ਤੇ ਉਹ ਗ੍ਰਨੇਡ ਦਾ ਡਿੱਗਣਾ, ਮੈਨੂੰ ਡਰ ਲੱਗ ਰਿਹਾ ਕਿ ਮੇਰੇ ਪੰਜਾਬ ਨੂੰ ਕਿਤੇ ਦੁਬਾਰੇ ਮੁੜ ਨਜ਼ਰ ਨਾ ਲੱਗ ਜੇ। ਪੈਗੰਬਰ ਮੁਹੰਮਦ ਸਾਹਿਬ ਦੇ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਨਾਲ ਜੁੜੀ ਖਬਰ ਹੈ। ਨੂਪੁਰ ਸ਼ਰਮਾ ਨੇ ਇਹ ਟਿੱਪਣੀ ਕੀਤੀ ਸੀ। ਇਸ ਮਸਲੇ ਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਬਿਆਨ ਦਿੱਤਾ। ਇੱਕ ਟੀਵੀ ਚੈਨਲ ਤੇ ਜੈ ਸ਼ੰਕਰ ਨੇ ਕਿਹਾ ਕਿ ਜੋ ਕਿਹਾ ਗਿਆ ਉਹ ਪਾਰਟੀ ਦਾ ਰੁਖ ਨਹੀਂ ਹੈ। ਪਾਰਟੀ ਨੇ ਸਖਤ ਅੰਦਾਜ਼ ਦੇ ਵਿੱਚ ਸਪਸ਼ਟ ਵੀ ਕਰ ਦਿੱਤਾ ਹੈ। ਪਾਰਟੀ ਨੇ ਸਖਤ ਕਾਰਵਾਈ ਕੀਤੀ ਹੈ। ਕੇਵਲ ਖਾੜੀ ਦੇਸ਼ ਹੀ ਨਹੀਂ ਬਲਕਿ ਦੱਖਣ ਪੂਰਬ ਦੇ ਵੀ ਜਿਨ੍ਹਾਂ ਦੇਸ਼ਾਂ ਨੇ ਚਿੰਤਾ ਜ਼ਾਹਿਰ ਕੀਤੀ ਸੀ ਉਹ ਸਾਡੇ ਕਦਮ ਦੀ ਸਰਾਹਨਾ ਕਰਦੇ ਨੇ ਤੇ ਇਹ ਬਿਆਨ ਭਾਰਤ ਦੇ ਰੁਖ ਨੂੰ ਨਹੀਂ ਦਰਸਾਉਂਦਾ। ਪਰ ਇੱਥੇ ਹੈਰਾਨੀ ਦੀ ਗੱਲ ਸਭ ਨੂੰ ਇਹ ਹੈ ਕਿ ਸਿਰਫ ਪਾਰਟੀ ਦੇ ਵਿੱਚੋਂ ਕੱਢ ਦੇਣਾ ਨੂਪੁਰ ਸ਼ਰਮਾ ਨੂੰ ਕੀ ਇੰਨੀ ਕੁ ਕਾਰਵਾਈ ਕਾਫੀ ਹੈ? ਕੀ ਨੂਪੁਰ ਸ਼ਰਮਾ ਦੇ ਖਿਲਾਫ, ਜਿਸਨੇ ਪੂਰੇ ਦੁਨੀਆ ਨੂੰ ਭੜਕਾ ਕੇ ਰੱਖ ਦਿੱਤਾ ਹੈ, ਮੁਸਲਿਮ ਭਾਈਚਾਰੇ ਦੇ ਸਾਰੇ ਲੋਕਾਂ ਨੂੰ ਦੁਖੀ ਕੀਤਾ ਹੈ, ਕੀ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਰੂਪ ਨੂੰ ਕਿਸੇ ਵੀ ਤਰ੍ਹਾਂ ਬਦਲਣ ਨੂੰ ਰੋਕਣ ਦੇ ਲਈ ਦਖਲ ਦੇਣ ਦੀ ਮੰਗ ਕੀਤੀ ਹੈ। ਅਮਿਤ ਸ਼ਾਹ ਤੇ ਧਰਮਿੰਦਰ ਪ੍ਰਧਾਨ ਨੂੰ ਲਿਖੀ ਚਿੱਠੀ ਵਿੱਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦੀ ਸੰਭਾਵਨਾ ਨੂੰ ਘੋਖੰਡੇ ਕਿਸੇ ਵੀ ਕਦਮ ਦੀ ਜ਼ੋਰਦਾਰ ਮੁਖਾਲਫਤ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਯੂਨੀਵਰਸਿਟੀ ਦਾ ਸਮੁੱਚਾ ਖੇਤਰੀ ਅਧਿਕਾਰ ਖੇਤਰ ਪੰਜਾਬ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਹੈ। 1976 ਤੋਂ ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਹੀ ਯੂਨੀਵਰਸਿਟੀ ਦੀ ਸਾਂਭ ਸੰਭਾਲ ਲਈ ਘਟਦੀ ਗ੍ਰਾਂਟ ਦੀ ਅਦਾਇਗੀ 40-60% ਅਨੁਪਾਤ ਦੇ ਵਿੱਚ ਕਰਦੇ ਆ ਰਹੇ ਨੇ। ਮੁੱਖ ਮੰਤਰੀ ਨੇ ਇਹ ਚੇਤਾਵਨੀ ਦਿੱਤੀ ਹੈ ਕੇਂਦਰ ਸਰਕਾਰ ਨੂੰ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਵਿਰਸੇ ਦਾ ਪ੍ਰਤੀਕ ਹੈ, ਪੰਜਾਬ ਸੂਬੇ ਦੇ ਨਾਮ ਦੀ ਸਮਾਨਾਰਥੀ ਵੀ ਹੈ। ਇਸ ਦੇ ਵਿਰੋਧ ਵਿੱਚ ਕੋਈ ਵੀ ਫੈਸਲਾ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੋਵੇਗਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰ ਦੀ ਜਾੜ ਹੇਠੋਂ ਬਚਾਉਣ ਦੇ ਲਈ ਵਿਦਿਆਰਥੀ ਜਥੇਬੰਦੀਆਂ ਨੇ ਵੀ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਸੀ ਤੇ 20 ਜੂਨ ਉਹ ਦਿਨ ਹੈ, ਸੋਮਵਾਰ ਦਾ ਉਹ ਦਿਨ ਹੈ ਜਦੋਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਸੰਗਰੂਰ ਪਹੁੰਚਣਗੇ। ਜ਼ਿਮਨੀ ਚੋਣਾਂ ਦੇ ਵਿੱਚ ਉਹ ਸਾਰੀਆਂ ਪਾਰਟੀਆਂ ਤੋਂ ਸਵਾਲ ਪੁੱਛਣਗੇ, ਬੀਜੇਪੀ ਦਾ ਖਾਸ ਤੌਰ ਤੇ ਵਿਰੋਧ ਕਰਨਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਦੇ ਵਿੱਚ ਹੋਈ ਬੇਅਦਬੀ ਤੋਂ ਬਾਅਦ ਵਾਪਰੇ ਬਾਈਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਸੌਦਾ ਸਾਧ ਨੂੰ ਦਿੱਤੀ ਗਈ ਪੈਰੋਲ ਦਾ ਵਿਰੋਧ ਕੀਤਾ ਹੈ। 1 ਮਹੀਨੇ ਦੀ ਪੈਰੋਲ ਦੀ ਸਖਤ ਨਿਖੇਧੀ ਕਰਦਿਆਂ ਸੁਖਰਾਜ ਸਿੰਘ ਨੇ ਕਿਹਾ ਕਿ ਡੇਰਾ ਮੁਖੀ ਇੱਕ ਹਾਰਡਕੋਰ ਕ੍ਰਿਮੀਨਲ ਹੈ, ਇਸ ਨੂੰ ਬਾਹਰ ਲਿਆਉਣ ਦਾ ਮਤਲਬ ਅਸ਼ਾਂਤੀ ਤੇ ਦੰਗੇ ਫੈਲਾਉਣਾ ਹੋਵੇਗਾ। ਇੱਕ ਅਜਿਹਾ ਵਿਅਕਤੀ ਜਿਹਨੇ 2 ਬਲਾਤਕਾਰ ਕੀਤੇ ਨੇ, ਕਤਲ ਕੀਤੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਸ ਤੇ ਕੇਸ ਚੱਲ ਰਹੇ ਨੇ, ਉਸ ਦਾ ਸਲਾਖਾਂ ਪਿੱਛੇ ਰਹਿਣਾ ਹੀ ਸਮਾਜ ਲਈ ਠੀਕ ਹੈ। ਰਹੀਮ ਜਿਹਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਵੇ, ਬਲਾਤਕਾਰ ਸੌਦਾ ਸਾਧ ਹੋਵੇ ਤੇ ਉਸ ਤੋਂ ਬਾਅਦ ਬੇਅਦਬੀ ਦੇ ਅਨੇਕਾਂ ਉੱਤੇ ਆਰੋਪ ਲੱਗੇ ਵੀ ਹੋਣ ਤੇ ਨਾਮਜ਼ਦ ਵੀ ਕੀਤਾ ਗਿਆ ਹੋਵੇ, ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ੀਆਂ ਵੀ ਹੋ ਗਈਆਂ ਹੋਣ ਤੇ ਫਿਰ ਵੀ ਉਹਦੇ ਇੰਨਾ ਕੁਝ ਹੋਣ ਦੀ ਬਜਾਏ ਤੇ ਉਹਨੂੰ 1 ਮਹੀਨੇ ਦੀ ਪੈਰੋਲ ਦਿੱਤੀ ਜਾ ਰਹੀ ਹੈ। ਪੈਰੋਲ ਮਹੀਨੇ ਦੀ ਬਹੁਤ ਖੁੱਲ੍ਹ ਹੈ ਕਿਉਂਕਿ ਨਾ ਤਾਂ ਉਹਨਾਂ ਨੇ ਕਦੇ ਇਲੈਕਸ਼ਨ ਲੜਿਆ, ਨਾ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਦੀ ਮਤਲਬ ਸਰਸੇ ਵਾਲੇ ਦੇ ਨਾਂ ਤੇ ਕਦੇ ਇਲੈਕਸ਼ਨ ਲੜਿਆ ਕਿਉਂਕਿ ਉਹ ਬੰਦੀ ਨਹੀਂ ਸੀਗਾ। ਸਟੇਟ ਨੂੰ ਚਲਾਉਣ ਵਾਲੇ ਕਰਿੰਦਿਆਂ ਦੇ ਵਿੱਚੋਂ ਇੱਕ ਡੇਰਾ ਸਰਸਾ ਸਾਧ ਆਉਂਦਾ ਜਿਹੜਾ ਸਾਹਮਣੇ ਆ ਚੁੱਕਿਆ ਅੱਜ ਕਿ ਇੱਥੋਂ ਰਾਜਨੀਤੀ ਆ ਜਿਹੜੀ, ਇਹਨਾਂ ਨੂੰ ਤੁਹਾਡੇ ਨਾਲ ਕੋਈ ਵਾਸਤਾ ਨਹੀਂ ਆ, ਤੁਸੀਂ ਮਰੋ, ਤੁਹਾਡੇ ਗਲਾਂ 'ਚ ਟਾਇਰ ਵੀ ਪਾਏ ਜਾਣਗੇ, ਤੁਹਾਨੂੰ ਤਾਂ ਵੀ 40 ਸਾਲ ਤੱਕ ਇਨਸਾਫ ਨਹੀਂ ਮਿਲਣਾ। ਸੁਖਰਾਜ ਸਿੰਘ ਲੰਘੇ ਸਾਲ ਦਸੰਬਰ ਮਹੀਨੇ ਤੋਂ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਬਹਿਬਲ ਕਲਾਂ ਪਿੰਡ ਦੇ ਵਿੱਚ ਹਾਈਵੇ ਤੇ ਲਗਾਤਾਰ ਧਰਨਾ ਲਾ ਕੇ ਬੈਠੇ ਨੇ, ਪੱਕਾ ਮੋਰਚਾ ਲਾ ਕੇ ਬੈਠੇ ਨੇ।
ਉਹਨਾਂ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਤੋਂ ਵੱਧ ਸਜ਼ਾਵਾਂ ਕੱਟ ਰਹੇ ਨੇ, ਪਰ ਸਰਕਾਰ ਦਾ ਉਹਨਾਂ ਵੱਲ ਤਾਂ ਕਦੇ ਧਿਆਨ ਨਹੀਂ ਗਿਆ। ਕਹਿੰਦੇ ਇਸ ਰਵੱਈਏ ਤੋਂ ਸਰਕਾਰ ਦੇ ਸਿੱਖ ਵਿਰੋਧੀ ਵਰਤਾਰੇ ਦਾ ਪਤਾ ਲੱਗਦਾ ਹੈ। ਸੰਗਰੂਰ ਜ਼ਿਮਨੀ ਚੋਣਾਂ ਦੇ ਵਿੱਚ ਬੰਦੀ ਸਿੰਘਾਂ ਦੇ ਨਾਂ ਤੇ ਹੋ ਰਹੀ ਸਿਆਸਤ ਦਾ ਜ਼ਿਕਰ ਕਰਦਿਆਂ ਸੁਖਰਾਜ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਵੀ ਕੀਤੀ ਕਿ ਸਾਨੂੰ ਅੱਜ ਇਕਜੁੱਟ ਹੋਣ ਦੀ ਲੋੜ ਹੈ। ਇਕਜੁੱਟ ਹੋਣ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵੀ ਹੱਲ ਹੋਣਗੇ, ਦੋਸ਼ੀਆਂ ਨੂੰ ਸਖਤ ਸਜ਼ਾ ਵੀ ਮਿਲੇਗੀ। ਆਮ ਆਦਮੀ ਪਾਰਟੀ ਦੀ ਖਰੜ ਤੋਂ ਵਿਧਾਇਕਾ ਤੇ ਗਾਇਕਾ ਅਨਮੋਲ ਗਗਨ ਮਾਨ ਦੀ ਡੀਐਸਪੀ ਦੀ ਕੁਰਸੀ ਤੇ ਬੈਠਣ ਦੀ ਤਸਵੀਰ ਵਾਇਰਲ ਹੋ ਗਈ ਹੈ। ਆਪ ਵਿਧਾਇਕਾ ਦੀ ਸੋਸ਼ਲ ਮੀਡੀਆ ਤੇ ਹੁਣ ਕਾਫੀ ਖਿਚਾਈ ਹੋ ਰਹੀ ਹੈ। ਲੋਕ ਵਿਧਾਇਕਾ ਦੇ ਰਵੱਈਏ ਨੂੰ ਸੱਤਾ ਦਾ ਅਪਮਾਨ ਦੱਸ ਰਹੇ ਨੇ। ਹਾਲਾਂਕਿ ਅਨਮੋਲ ਗਗਨ ਮਾਨ ਦੀ ਖਬਰ ਪੜੇ ਜਾਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ ਤੇ ਡੀਐਸਪੀ ਅਮਨਦੀਪ ਸਿੰਘ ਨੇ ਇਸ ਮਸਲੇ ਤੇ ਕਿਹਾ ਕਿ ਮੈਂ ਉਸ ਵਕਤ ਦਫ਼ਤਰ ਵਿੱਚ ਮੌਜੂਦ ਨਹੀਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਐਤਵਾਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ 357ਵਾਂ ਸਥਾਪਨਾ ਦਿਵਸ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਤਿਕਾਰ ਨਾਲ ਮਨਾਇਆ ਗਿਆ। 19 ਜੂਨ 1665 ਨੂੰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚੱਕ ਮਾਤਾ ਨਾਨਕੀ ਪਿੰਡ ਵਸਾਇਆ ਸੀ, ਜਿਹੜਾ ਕਿ ਬਾਅਦ ਵਿੱਚ ਮੱਕੋਵਾਲ ਤੇ ਫਿਰ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।